ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਈਂਧਣ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ। ਉਪਰ ਚਰਨ ਤਲੈ ਆਕਾਸ, ਘਾਟ ਮਹਿ ਸਿੰਧ ਕੀਓ ਪਰਗਾਸ। ਈਂਧਣ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ। ਉਪਰ ਚਰਨ ਤਲੈ ਆਕਾਸ, ਘਟ ਮਹਿ ਸਿੰਧ ਕੀਓ ਪਰਗਾਸ। ਐਸਾ ਸਮਰੱਥ ਹਰਿ ਜੀਉ ਆਪ, ਨਿਮਖ ਨ ਬਿਸਰੈ ਜੀ ਭਗਤਨ ਕੈ। ਆਠ ਪਹਿਰ ਮਨ ਭਾਗੋ ਜਾਪ। ਰਹਾਉ ਪ੍ਰਥਮੈ ਮਾਖਣ ਪਾਸ਼ੈ ਦੂਧ, ਮੈਲੂ ਕੀਨੋ ਸਾਬਨ ਸੂਦ। ਭੈ ਤੇ ਨਿਰਭਉ ਡਰਤਾ ਫਿਰੈ, ਹੁੰਦੀ ਕੋ ਅਣਹੋਂਦੀ ਰਹਿ। ਦੇਹੀ ਗੁਪਤ ਬਦੇਹੀ ਦਿਸੈ, ਸਗਲੇ ਸਾਜ ਕਰਤ ਜਗਦੀਸੈ। ਠੱਗਣ ਹਾਰ ਅਣ ਠੱਗਦਾ ਠਾਗੈ, ਬਿਨ ਵਖਰ ਫਿਰ ਉਠ ਲਾਗੈ। ਸੰਤ ਸਭਾ ਮਿਲ ਕਰੋ ਬਖਿਆਣ, ਸਿਮਰਤ ਸਾਸਤ ਵੇਦ ਪੁਰਾਣ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾ ਕੀ ਪਰਮ ਗਤ ਹੋਏ। ਸੰਤ ਸਭਾ ਮਿਲ ਕਰਹੁ ਬਖਿਆਣ, ਸਿਮ੍ਰਿਤ ਸਾਸਤ ਵੇਦ ਪੁਰਾਣ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾ ਕੀ
ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਵਾਹੋ ਵਾਹੋ ਮਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਇ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਸਤਿਗੁਰੂ ਗਰੀਬ ਨਵਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਜੀ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਗੁਰਸਿੱਖਾਂ ਨੂੰ ਵਧਾਈਆਂ ਦਿੰਦੇ ਹਨ। ਜਿਹੜੇ ਗੁਰੂ ਕੇ ਸਿੱਖ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦੇ, ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ। ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ। ਤੇ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਕਹਿੰਦੇ ਹਨ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਉਹਨਾਂ ਗੁਰਸਿੱਖਾਂ ਦੇ ਮਹਾਰਾਜ ਕਹਿੰਦੇ ਭਾਈ ਮਨ ਵਿੱਚ ਵਧਾਈਆਂ ਹਨ, ਵਾਧਾ ਹੈ ਸ਼ੁਭ ਗੁਣਾਂ ਦਾ, ਉਤਸ਼ਾਹ ਦਾ, ਨਾਮ ਦਾ। ਸਤਿਗੁਰੂ ਅਸੀਸ ਬਖਸ਼ਦੇ ਆ, ਬਖਸ਼ਿਸ਼ ਕਰਦੇ ਆ ਵੀ ਵਧਾਈਆਂ ਹੋਣ, ਵਾਧਾ ਹੋਵੇ ਭਾਈ। ਜਦੋਂ ਕਿਸੇ ਦੇ ਘਰੇ ਕੋਈ ਭੁਜੰਗੀ ਸਿੰਘ ਆਉਂਦਾ ਨਾ, ਬੱਚੇ ਦਾ ਜਨਮ ਹੁੰਦਾ, ਤੇ ਫਿਰ ਵਧਾਈਆਂ ਦਿੱਤੀਆਂ ਜਾਂਦੀਆਂ। ਸੰਸਾਰ ਦੀ ਰੀਤ ਆ ਵੀ ਵਧਾਈ ਹੋਵੇ ਜੀ, ਵਧਾਈ ਹੋਵੇ, ਭੁਜੰਗੀ ਸਿੰਘ ਆਇਆ। ਵਧਾਈ ਦਾ ਮਤਲਬ ਵਾਧਾ ਹੀ ਆ, ਵੀ ਵਾਧਾ ਹੋਇਆ, ਅੱਗੇ ਪੀੜ੍ਹੀ ਚੱਲੀ, ਕੁਲ ਚੱਲੀ। ਤੇ ਸਤਿਗੁਰੂ ਕਹਿੰਦੇ ਭਾਈ ਗੁਰਸਿੱਖਾਂ ਦੇ ਹਿਰਦੇ ਅੰਦਰ ਨਾਮ ਦਾ ਵਾਧਾ ਹੋਵੇ, ਸ਼ੁਭ ਗੁਣਾਂ ਦਾ ਵਾਧਾ ਹੋਵੇ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ ਆ ਕੇ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਤੇ ਅਗਲਾ ਬਚਨ ਮਹਾਰਾਜ ਨੇ ਕੀਤਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਕੋਈ ਵੀ ਵਾਹਿਗੁਰੂ ਦੇ ਨਾਮ ਦੀ ਗੱਲ ਕਰਕੇ ਸੁਣਾਵੇ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਗੁਰਸਿੱਖਾਂ ਦੇ ਮਨ ਵਿੱਚ ਨਾਮ ਦੀ ਗੱਲ ਸੁਣਾਉਣ ਵਾਲਾ ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਸਤਿਗੁਰੂ ਜੀ ਬਹੁਤ ਪਿਆਰ ਦਿੰਦੇ ਹਨ। ਸਤਿਗੁਰੂ ਕਹਿੰਦੇ ਭਾਈ ਜਿਹੜੇ ਸੰਗਤ ਵਿੱਚ ਚੱਲ ਕੇ ਆਉਂਦੇ, ਉਹਨਾਂ ਦੇ ਪੈਰ ਵੀ ਸੋਭਨੀਕ। ਭਾਵ ਸੁਹਾਵੇ ਜਾਂ ਤੋ ਧਿਰ ਜੁਲਦੇ। ਤੋ ਮੈਨੇ ਹੈ ਕਿ ਹੇ ਪ੍ਰਭੂ ਜੀ, ਆਪ ਜੀ ਦੀ ਧਿਰ ਮੈਨੇ ਤਰਫ। ਜਿਹੜੇ ਆਪ ਜੀ ਦੇ ਦਰਬਾਰ ਵੱਲੇ ਚੱਲ ਕੇ ਆਉਂਦੇ ਆ, ਉਹ ਪੈਰ ਵੀ ਸੋਭਨੀਕ। ਉਹਨਾਂ ਪੈਰਾਂ ਨੂੰ ਚਰਨ ਕਿਹਾ ਜਾਂਦਾ ਹੈ। ਉਂਝ ਹੋੜਾ ਸਾਡੇ ਪੈਰਾਂ ਨੂੰ ਕੋਈ ਚਰਨ ਕਹਿੰਦਾ। ਜਦੋਂ ਗੁਰੂ ਦਰਬਾਰ ਵਿੱਚ ਆਈਏ ਤੇ ਫਿਰ ਪੈਰਾਂ ਨੂੰ ਵੀ ਚਰਨ ਆਖਿਆ ਜਾਂਦਾ ਹੈ। ਫਿਰ ਜਿੱਥੇ ਪੈਰ ਧੋਤੇ ਜਾਂਦੇ ਆ, ਪੈਰ ਧੋਣ ਵਾਲੀ ਜਗ੍ਹਾ ਨੂੰ ਵੀ ਸੰਗਤਾਂ ਪਿਆਰ ਨਾਲ ਚਰਨ ਗੰਗਾ ਕਹਿ ਕੇ ਹੀ ਸਤਿਕਾਰ ਦੇ ਦਿੰਦੀਆਂ। ਭਾਵ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ। ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੇ ਆ ਕੇ ਸੀਸ ਝੁਕੇ, ਮਹਾਰਾਜ ਕਹਿੰਦੇ ਉਹ ਸੀਸ ਵੀ ਸੁਹਾਵਾ ਹੈ। ਜਿਹੜਾ ਸਿਰ ਮਹਾਰਾਜ ਸਾਹਿਬ ਜੀ ਦੇ ਅੱਗੇ ਝੁਕਦਾ ਹੈ, ਗੁਰੂ ਜੀ ਨੂੰ ਨਮਸਕਾਰ ਕਰਦਾ ਹੈ, ਉਹ ਸੀਸ ਵੀ ਸੋਭਨੀਕ ਹੈ। ਅੱਗੇ ਮਹਾਰਾਜ ਨੇ ਆਖਿਆ, ਮੁਖ ਸੁਹਾਵਾ ਜਾਂ ਤੋ ਜਸ ਗਾਵੇ। ਮੁਖ ਉਹ ਸੋਭਨੀਕ ਆ, ਹੇ ਪ੍ਰਭੂ ਜੀ, ਜਿਹੜਾ ਆਪ ਜੀ ਦਾ ਜਸ ਗਾਉਂਦਾ ਹੈ।
ਜਿਉ ਪਇਆ ਤੋ ਸਰਣੀ। ਤੇ ਜਿਉ ਜੀੜਾ ਹਿਰਦਾ ਜਿੰਦ ਅੰਦਰ ਵਾਲਾ, ਉਹੀ ਸੋਭਨੀਕ ਹੈ ਜਿਹੜਾ ਆਪ ਜੀ ਦੀ ਸ਼ਰਨ ਵਿੱਚ ਪਿਆ ਹੋਇਆ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ। ਸਾਧ ਸੰਗਤ ਜੀ, ਅੱਜ 4 ਪੋਹ ਦਾ ਦਿਨ ਹੈ। ਇਹਨਾਂ ਦਿਨਾਂ ਦੇ ਵਿੱਚ ਸਾਡੇ ਵੱਡੇ ਵਡੇਰੇ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਸਿੰਘ, ਉਹ ਕਈਆਂ ਮਹੀਨਿਆਂ ਤੋਂ ਭੁੱਖਣ ਭਾਣੇ ਪਰਿਵਾਰਾਂ ਦੇ ਪਰਿਵਾਰ ਆਨੰਦਗੜ੍ਹ ਕਿਲ੍ਹੇ ਦੇ ਵਿੱਚ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਭੁੱਖ ਦਾ ਦੁੱਖ ਕੱਟ ਰਹੇ ਸਨ ਅੱਜ ਦੇ ਦਿਨ ਤੱਕ। ਅੱਜ ਤੋਂ 2 ਦਿਨ ਬਾਅਦ 6 ਪੋਹ ਨੂੰ ਅਨੰਦਪੁਰ ਸਾਹਿਬ ਛੱਡਿਆ ਜਾਂਦਾ ਹੈ, 6 ਪੋਹ ਦੀ ਰਾਤ ਨੂੰ, ਜੋ ਹਰ ਸਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਅਥਵਾ ਸ੍ਰੀ ਆਨੰਦਗੜ੍ਹ ਸਾਹਿਬ ਕਿਲ੍ਹੇ ਸਾਹਿਬ 'ਤੇ ਉਹ ਦਿਹਾੜਾ ਮਨਾਇਆ ਜਾਂਦਾ 6 ਪੋਹ ਦੀ ਰਾਤ ਨੂੰ। ਤਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਜਿਸ ਵੇਲੇ ਅੰਦਰ ਸਾਰਾ ਇਹ 7 ਮਹੀਨੇ ਤੱਕ ਘੇਰਾ ਪਿਆ ਰਿਹਾ 10 ਲੱਖ ਫੌਜ ਦਾ, ਇੱਕ ਪਾਸੇ 22 ਧਾਰ ਦੇ ਸਾਰੇ ਪਹਾੜੀ ਰਾਜੇ, ਇੱਕ ਪਾਸੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਉਹਦੀ ਸਾਰੀ ਫੌਜ, ਇੱਕ ਪਾਸੇ ਲਾਹੌਰ ਦਾ ਸੂਬਾ ਜ਼ੇਰ ਦਸਤ ਖਾਂ, ਇੱਕ ਪਾਸੇ ਦਿੱਲੀਓਂ ਖਵਾਜਾ ਮਰਦੂਦ ਆਇਆ ਸੀ ਫੌਜ ਲੈ ਕੇ, ਉਹਨੇ ਘੇਰਾ ਪਾਇਆ। ਤੇ 7 ਮਹੀਨੇ ਤੱਕ ਇਹ ਘੇਰਾ ਪਿਆ ਰਿਹਾ। ਜੇਠ ਦੇ ਮਹੀਨੇ ਤੋਂ ਲੈ ਕਰਕੇ ਇਹ ਪੋਹ ਦੇ ਮਹੀਨੇ ਮਹਾਰਾਜ ਸਾਹਿਬ ਜੀ ਨੂੰ ਇਹ ਘੇਰਾ ਆਨੰਦਪੁਰ ਸਾਹਿਬ ਦੇ ਵਿੱਚ ਪਿਆ ਰਿਹਾ। ਤੇ ਜਿਸ ਵੇਲੇ ਘੇਰਾ ਪਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ 10,000 ਸਿੰਘ ਸਿੰਘਣੀਆਂ ਸੀ ਉਸ ਵੇਲੇ, ਸਿੰਘਾਂ ਦੇ ਪਰਿਵਾਰ ਸਾਰੇ ਬੱਚੇ ਬੱਚੀਆਂ ਵਿੱਚ ਪਾ ਕੇ। ਤੇ ਹੁਣ ਤੱਕ ਸਿੰਘ ਸ਼ਹੀਦੀਆਂ ਪਾਉਂਦਿਆਂ ਪਾਉਂਦਿਆਂ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਵੀ 750 ਅੰਦਰ ਸਿਰਫ ਰਹਿ ਗਿਆ ਸੀ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਤੱਕ। ਕਈਆਂ ਨੇ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ 500, 550 ਦੇ ਲਗਭਗ ਇੰਨਾ ਕੁ ਸਿੰਘ ਅੰਦਰ ਸੀ। ਰਾਸ਼ਨ ਪਾਣੀ ਸਾਰਾ ਸਮਾਪਤ ਹੋ ਜਾਂਦਾ ਹੈ। ਇੱਥੋਂ ਤੀਕ ਲਿਖਿਆ ਵਾ ਵੀ ਜਦੋਂ ਸਮਾਪਤ ਹੋ ਗਿਆ ਰਾਸ਼ਨ ਪਾਣੀ ਨਾ, ਤੇ ਛੋਲੇ ਰਹਿ ਗਏ, ਇਕੱਲੇ ਛੋਲੇ। ਇਹ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਵੀ ਰਹੇ ਆ। ਉਹ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ, ਉਹਨਾਂ ਨੇ ਬੜੀ ਸੁਖੈਨ ਕਵਿਤਾ ਵਿੱਚ ਮਹਾਰਾਜ ਦਾ ਇਤਿਹਾਸ ਲਿਖਿਆ। ਉਹ ਕਹਿੰਦੇ ਜਦੋਂ ਸਭ ਕੁਝ ਸਮਾਪਤ ਹੋ ਗਿਆ ਤੇ ਛੋਲੇ ਰਹਿ ਗਏ, ਛੋਲੇ ਉਬਾਲ ਕੇ ਵਰਤਾਏ ਗਏ, ਬਾਲਣ ਵੀ ਮੁੱਕ ਗਿਆ। ਕਹਿੰਦੇ ਚੁੱਲ੍ਹੇ ਬਲਣ ਸਮਾਪਤ ਹੋ ਗਏ, ਬੰਦ ਹੋ ਗਏ। ਜਦੋਂ ਚੁੱਲ੍ਹੇ ਵੀ ਨਹੀਂ ਸੀ ਬਲਦੇ, ਅੱਗ ਨਹੀਂ ਸੀ ਬਲਦੀ, ਬਾਲਣ ਵੀ ਮੁੱਕ ਗਿਆ। ਇੱਥੋਂ ਤੀਕ ਤੰਗੀ ਆ ਗਈ। ਤੇ ਫਿਰ ਜਿਹੜੇ ਛੋਲੇ ਸੀ ਉਹ ਉਬਾਲਣ ਤੋਂ ਬਿਨਾਂ ਹੀ ਮੁੱਠ ਵੰਡ ਦਿੱਤੀ, ਉਤਨਾ ਹੀ ਚੱਬ ਲਓ। ਉਂਝ ਹੀ ਛੋਲੇ ਚੱਬੇ। ਫਿਰ ਜਦੋਂ ਛੋਲੇ ਵੀ ਸਮਾਪਤ ਹੋ ਗਏ, ਸਭ ਰਾਸ਼ਨ ਪਾਣੀ ਸਮਾਪਤ ਹੋ ਗਿਆ। ਜਿੰਨਾ ਚਿਰ ਸੀ ਉਹਨਾਂ ਚਿਰ ਪਹਿਲੋਂ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ 8 ਪਹਿਰ ਪ੍ਰਸ਼ਾਦਾ ਕਰ ਦਿਓ, 8 ਪਹਿਰ ਬਾਅਦ ਛਕਿਆ ਜਾਂਦਾ। ਫਿਰ ਕਹਿੰਦੇ 1 ਦਿਨ ਛੱਡ ਕੇ ਛਕ ਲਓ, ਫਿਰ 2 ਦਿਨ ਛੱਡ ਕੇ 3 ਦਿਨ, ਇੱਥੋਂ ਤੀਕ ਲਿਖਿਆ 4-4 ਦਿਨ ਤੀਕ ਭੁੱਖ ਕੱਟ ਕੇ ਫਿਰ ਛਕਦੇ ਰਹੇ। ਤੇ ਫਿਰ ਜਦੋਂ ਉੱਕਾ ਹੀ ਸਮਾਪਤ ਹੋ ਗਿਆ ਤੇ ਫਿਰ ਫਾਕੇ ਹੀ ਕੱਟੇ, ਫਿਰ ਕੁਝ ਵੀ ਨਹੀਂ। ਪਰ ਫਿਰ ਵੀ ਲੜਦੇ ਰਹੇ, ਕੈਸੀਆਂ ਕਠਿਨਾਈਆਂ ਝੱਲੀਆਂ। ਔਰ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਇੰਨਾ ਵੱਡਾ ਘੇਰਾ ਕਿਉਂ ਪਾਇਆ ਸਾਰਿਆਂ ਨੇ? ਔਰੰਗਜ਼ੇਬ ਬਾਦਸ਼ਾਹ ਕਿਉਂ ਬਣ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੈਰੀ? ਸਾਰੇ ਪਹਾੜੀ ਰਾਜੇ ਕਿਉਂ, ਰਾਜੇ ਜਿਹੜੇ ਸੀ ਉਹ ਕਿਉਂ ਬਣ ਗਏ? ਸਰਹੰਦ ਦਾ ਸੂਬਾ ਵਜੀਦਾ, ਲਾਹੌਰ ਦਾ ਸੂਬਾ, ਇਹ ਸਾਰੇ ਹੀ ਕਿਉਂ ਮਹਾਰਾਜ ਸਾਹਿਬ ਦੇ ਵੈਰੀ ਬਣ ਗਏ? ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਕੀ ਵਿਗਾੜਿਆ ਸੀ? ਕੀ ਕੁਝ ਮਾੜਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ? ਨਹੀਂ, ਮਾੜਾ ਕੁਝ ਨਹੀਂ ਕੀਤਾ। ਇਹ ਸੱਚ ਤੇ ਝੂਠ ਦੀ ਲੜਾਈ ਆਦਿ ਕਾਲ ਤੋਂ ਹੀ ਚੱਲਦੀ ਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾੜਾ ਨਹੀਂ ਕੀਤਾ ਕੁਝ ਵੀ।
ਹਮੇਸ਼ਾ ਚੰਗਾ ਹੀ ਕੀਤਾ, ਭਲਾ ਹੀ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਸਿਧਾਂਤ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਐਡਾ ਵੱਡਾ ਘੇਰਾ ਕਿਉਂ ਪਾਇਆ ਗਿਆ? ਕਿਉਂਕਿ ਇਹਨਾਂ ਦਿਨਾਂ ਵਿੱਚ ਇਤਿਹਾਸ ਵਿਚਾਰਨਾ ਵੀ ਬੜਾ ਜ਼ਰੂਰੀ ਹੈ। ਇਹ ਦਿਨ ਚੱਲ ਰਹੇ ਹਨ ਕੁਰਬਾਨੀਆਂ ਦੇ। ਮਹਾਰਾਜ ਸਾਹਿਬ ਜੀ ਨੇ ਮਾੜਾ ਨਹੀਂ ਕੁਝ ਵੀ ਕੀਤਾ, ਪਰ ਆਪਣੇ ਸਿੱਖਾਂ ਨੂੰ ਚੰਗੇ ਹੀ ਇੰਨੇ ਬਣਾ ਦਿੱਤਾ ਕਿ ਉਹ ਬਣਾਏ ਹੋਏ ਚੰਗੇ ਹੀ ਉਹਨਾਂ ਤੋਂ ਜਰੇ ਨਹੀਂ ਸੀ ਜਾਂਦੇ। ਇਸ ਕਰਕੇ ਜਿਹੜਾ ਆਪ ਮਾੜਾ ਹੋਵੇ ਨਾ, ਉਹਨੂੰ ਚੰਗਾ ਇਨਸਾਨ ਜਰਨਾ ਬੜਾ ਔਖਾ ਹੈ। ਉਹ ਚੰਗੇ ਨੂੰ ਜਰ ਨਹੀਂ ਸਕਦਾ। ਉਹ ਕਹਿੰਦਾ ਮੈਂ ਤੇ ਮਾੜਾ ਹੈ ਹੀ ਐ ਆ, ਪਰ ਦੂਜਾ ਕਿਉਂ ਚੰਗਾ ਹੋਵੇ, ਦੂਜਾ ਵੀ ਮੇਰੇ ਵਰਗਾ ਹੀ ਹੋਵੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਸਾਜਿਆ ਨਾ, ਇਹ ਖਾਲਸਾ ਹੀ ਸਾਰਿਆਂ ਦੀ ਅੱਖ ਵਿੱਚ ਰੜਕਣ ਲੱਗ ਪਿਆ। ਇਹ 22 ਧਾਰ ਦੇ ਰਾਜਿਆਂ ਦੀ ਅੱਖ ਵਿੱਚ ਵੀ ਖਾਲਸਾ ਹੀ ਰੜਕਦਾ ਹੀ। ਮਹਾਰਾਜ ਨੇ ਉਂਝ ਉਹਨਾਂ ਸਾਰਿਆਂ ਨੂੰ ਪਹਿਲਾਂ ਸੱਦਿਆ ਸੀ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਦੋਂ ਤਿਆਰ ਕੀਤਾ ਸੀ ਮਹਾਰਾਜ ਨੇ ਵੀ ਅਸੀਂ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਲੱਗੇ ਤਿਆਰ ਕਰਨ, ਤੇ ਛਕ ਲਓ, 5 ਕਕਾਰੀ ਬਾਣਾ ਪਹਿਨ ਲਓ ਤੇ ਰਾਜ ਭਾਗ ਤੁਹਾਡੇ ਕੋਲੇ ਹੋਵੇਗਾ। ਉਹ ਕਹਿੰਦੇ ਨਹੀਂ ਜੀ, ਅਸੀਂ ਨਹੀਂ ਬੁੱਤ ਪੂਜਾ ਛੱਡ ਸਕਦੇ। ਕਹਿੰਦੇ ਸਾਨੂੰ ਛਕਾ ਦਿਓ, ਪਰ ਸਾਨੂੰ ਵੱਖਰਾ ਬਣਾ ਕੇ ਛਕਾ ਦਿਓ, ਅਸੀਂ ਬਾਕੀਆਂ ਦੇ ਨਾਲ ਨਹੀਂ ਛਕ ਸਕਦੇ, ਅਸੀਂ ਰਾਜਪੂਤ ਹੋਏ। ਫਿਰ ਅਸੀਂ ਆਪਦੀ ਧੋਤੀ ਬੋਦੀ ਲੰਗੋਟੀ ਇਹ ਵੀ ਨਹੀਂ ਛੱਡਣੀ, ਇਹ ਵੀ ਪਾਉਣੀ। ਮਾਰੇ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਗੱਲ ਬਣਨੀ, ਵੀ 5 ਕਕਾਰ ਪਾਉਣੇ ਪੈਣਗੇ, ਸਾਬਤ ਸੂਰਤ ਹੋਣਾ ਪਵੇਗਾ, ਗਾਤਰੇ ਕਿਰਪਾਨ ਪਾਉਣੀ ਪਊਗੀ, 5 ਕਕਾਰ ਧਾਰਨ ਕਰਨੇ ਪੈਣਗੇ। ਫਿਰ ਕਹਿੰਦੇ ਨਹੀਂ, ਅਸੀਂ ਨਹੀਂ। ਉਦੋਂ ਉਹਨਾਂ ਮਨਾ ਕਰ ਦਿੱਤਾ ਹੈ। ਉਹਨਾਂ ਤੋਂ ਖਾਲਸਾ ਹੀ ਨਹੀਂ ਸੀ ਜਰਿਆ ਜਾਂਦਾ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜ ਦਿੱਤਾ। ਉਹ ਘੋੜਿਆਂ ਦੀ ਸਵਾਰੀ ਕਰਦੇ ਆ, ਉਹ ਸਿੰਘਾਂ ਨੂੰ ਸ਼ਸਤਰਧਾਰੀ ਬਣਾ ਦਿੱਤਾ ਹੈ। ਔਰੰਗਜ਼ੇਬ ਨੂੰ ਵੀ ਇਹੀ ਗੱਲਾਂ ਕਹੀਆਂ ਸੀ ਵੀ ਇਹ ਨਗਾਰੇ ਵਜਾਉਂਦੇ ਆ, ਸ਼ਿਕਾਰ ਖੇਡਦੇ ਆ, ਨਿਸ਼ਾਨ ਚਲਾਉਂਦੇ ਆ, ਇਹ ਤੇਰੇ ਰਾਜ ਭਾਗ 'ਤੇ ਕਬਜ਼ਾ ਕਰ ਲੈਣਗੇ। ਸੋ ਇਸ ਕਰਕੇ ਉਹਨਾਂ ਨੇ ਘੇਰਾ ਪਾਇਆ। ਪਹਿਲੋਂ ਹੋਰ ਵੀ ਕਈ ਜੰਗਾਂ ਕੀਤੀਆਂ ਸੀ। ਜਦੋਂ ਹਾਰਦੇ ਰਹੇ ਤੇ ਫਿਰ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਜਿਹੜਾ ਇਹ ਆਉਣ ਵਾਲੇ ਦਿਨਾਂ ਦਾ ਇਤਿਹਾਸ ਹੈ, ਅਗਲੇ ਦਿਨਾਂ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਵਿਚਾਰਾਂਗੇ। ਸੋ ਲੜੀਵਾਰ ਰੂਪ ਵਿੱਚ ਜੋ ਮਹਾਰਾਜ ਸਾਹਿਬ ਅੰਮ੍ਰਿਤ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਪਾਵਨ ਸ਼ਬਦ 900 ਅੰਗ ਤੇ ਇਹ ਪਾਵਨ ਸ਼ਬਦ ਸੋਭਨੀਕ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਈਂਦਣ ਤੇ ਬੈ ਸੰਤਰ ਭਾਗੈ। ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਹਨ ਸਾਧ ਸੰਗਤ ਜੀ। ਐਸਾ ਸਮਰੱਥ ਹਰ ਜੀਓ ਆਪ। ਜੋ ਪਰਮੇਸ਼ਰ ਸਮਰੱਥ ਹੈ, ਜੋ ਹਰੀ ਜੀਓ ਹੈ ਨਾ, ਸਮਰੱਥ ਦਾ ਅਰਥ ਹੁੰਦਾ ਸਭ ਕੁਝ ਕਰਨ ਨੂੰ ਸਮਰੱਥ। ਉਹ ਪਰਮੇਸ਼ਰ ਜੋ ਚਾਹੇ ਉਹ ਕਰਦਾ ਹੈ, ਜੋ ਚਾਹੇ ਉਹ ਕਰਨ ਦੀ ਉਹਦੇ ਵਿੱਚ ਸਮਰੱਥਾ ਹੈ। ਜੋ ਕੁਝ ਅਸੀਂ ਸੰਸਾਰੀ ਮਨੁੱਖ ਸੋਚ ਵੀ ਨਹੀਂ ਨਾ ਸਕਦੇ, ਪਰਮੇਸ਼ਰ ਉਹ ਕੁਝ ਵੀ ਕਰ ਦਿੰਦਾ ਹੈ। ਉਹਨੇ ਕੀਤਾ ਵੀ ਹੋਇਆ, ਉਹਨੇ ਕੀਤਾ ਵੀ ਹੈ ਤੇ ਉਹ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਕੁਝ ਕੁ ਬਚਨ ਜਿਹੜੇ ਹਨ ਉਹ ਸਰਬ ਸ਼ਕਤੀਮਾਨ ਦੇ ਇਸ ਸ਼ਬਦ ਵਿੱਚ ਦਰਸਾਏ ਹਨ। ਪਹਿਲੀ ਪੰਕਤੀ 'ਚ ਕਹਿੰਦੇ ਈਂਧਨ ਤੇ ਬੈ ਸੰਤਰ ਭਾਗੈ। ਈਂਧਨ ਨਾਮ ਹੈ ਲੱਕੜਾਂ ਦਾ, ਤੇ ਬੈ ਸੰਤਰ ਨਾਮ ਹੈ ਅੱਗ ਦਾ, ਭਾਗੈ ਨਾਮ ਹੈ ਭੱਜਣ ਦਾ। ਮਹਾਰਾਜ ਕਹਿੰਦੇ ਵੀ ਲੱਕੜਾਂ ਤੋਂ ਅੱਗ ਜਿਹੜੀ ਉਹ ਭੱਜਦੀ ਹੈ। ਇਹਦਾ ਭਾਵ ਅਰਥ ਕੀਤਾ ਗੁਰਮੁਖਾਂ ਨੇ ਵੀ ਭਾਗੈ ਦਾ ਭਾਵ ਹੈ ਵੀ ਅੱਗ ਜਿਹੜੀ ਉਹ ਲੱਕੜ ਦੇ ਵਿੱਚ ਰਹਿ ਕਰਕੇ ਲੱਕੜ ਨੂੰ ਸਾੜਦੀ ਨਹੀਂ ਹੈ। ਅੱਗ ਲੱਕੜ ਦੇ ਵਿੱਚ ਹੁੰਦੀ ਹੈ। ਇਸ ਕਰਕੇ ਜਦੋਂ ਬਾਹਰੋਂ ਅੱਗ ਲਾਈ ਜਾਂਦੀ ਆ, ਫਿਰ ਲੱਕੜ ਜਿਹੜੀ ਸੁੱਕੀ ਹੈ ਉਹਨੂੰ ਸਾੜਦੀ ਅੱਗ। ਅੱਗ ਲੱਕੜ ਦੇ ਵਿੱਚ ਵੀ ਹੈ, ਪਰ ਜਿੰਨਾ ਚਿਰ ਵਾਹਿਗੁਰੂ ਦਾ ਹੁਕਮ ਨਹੀਂ, ਉਹਨਾਂ ਚਿਰ ਉਹ ਅੱਗ ਜਿਹੜੀ ਹੈ
ਉਹ ਜਾਣੋ ਵੀ ਉਹ ਲੱਕੜ ਤੋਂ ਭੱਜਦੀ ਹੈ, ਵੀ ਉਹਨੂੰ ਸਾੜਦੀ ਨਹੀਂ, ਉਹਦੇ ਵਿੱਚ ਰਹਿ ਕੇ ਵੀ ਉਹਦੇ ਤੋਂ ਦੂਰ ਹੀ ਰਹਿੰਦੀ ਹੈ। ਹਰੇਕ ਲੱਕੜ ਦੇ ਵਿੱਚ ਅੱਗ ਹੈ, ਹਰੇਕ ਦਰਖਤ ਦੇ ਵਿੱਚ ਅੱਗ ਹੈ। ਹੋਰ ਥਾਵਾਂ ਤੇ ਵੀ ਬਾਣੀ ਚ ਮਹਾਰਾਜ ਸਾਹਿਬ ਨੇ ਜ਼ਿਕਰ ਕੀਤਾ ਹੈ, ਸਗਲ ਬਨਸਪਤ ਮਹਿ ਬੈ ਸੰਤਰ। ਬਨਸਪਤ ਨਾਮ ਜਿੰਨੀ ਬਨਸਪਤੀ ਆ, ਜਿੰਨੇ ਦਰਖਤ ਵਾ ਛੋਟੇ ਵੱਡੇ, ਇੱਕ ਇੱਕ ਦਰਖਤ ਦੇ ਵਿੱਚ ਅੱਗ ਮੌਜੂਦ ਆ। ਈਂਧਨ ਤੇ ਬੈ ਸੰਤਰ ਭਾਗੇ। ਹੁਣ ਲੱਕੜ ਦੇ ਵਿੱਚ ਅੱਗ ਵਾ, ਪਰ ਵਿੱਚ ਹੁੰਦਿਆਂ ਫਿਰ ਵੀ ਵੇਖੋ ਦਰਖਤ ਹਰਿਆ ਭਰਿਆ ਹੈ, ਉਹਦੇ ਪੱਤੇ ਨਿਕਲਦੇ ਆ, ਕੁਰੰਬਲੀਆਂ ਨਿਕਲਦੀਆਂ ਵਾ, ਉਹ ਛੋਟੇ ਤੋਂ ਵੱਡਾ ਹੁੰਦਾ ਹੈ, ਵੱਧਦਾ ਫੁੱਲਦਾ ਹੈ, ਫੁੱਲ ਨਿਕਲਦੇ ਆ, ਫਲ ਲੱਗਦੇ ਆ। ਉਹ ਅੱਗ ਵਿੱਚ ਹੋ ਕਰਕੇ ਫਿਰ ਵੀ ਉਹਨੂੰ ਨਹੀਂ ਸਾੜਦੀ ਹੈ। ਐਸਾ ਸਮਰੱਥ ਹਰ ਜੀਓ ਆਪ। ਐਸੀ ਸਮਰੱਥਾ ਉਸ ਪਰਮੇਸ਼ਰ ਦੀ ਕਿ ਉਹਨੇ ਲੱਕੜ ਦੇ ਵਿੱਚ ਅੱਗ ਰੱਖੀ ਹੋਈ ਹੈ, ਪਰ ਫਿਰ ਵੀ ਉਹ ਜਿਹੜੀ ਅੱਗ ਵਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਲੱਕੜ ਦੇ ਵਿੱਚ ਤਾਂ ਰਹਿੰਦੀ ਆ, ਦਰਖਤ ਦੇ ਵਿੱਚ ਤਾਂ ਰਹਿੰਦੀ, ਪਰ ਦਰਖਤ ਨੂੰ ਸਾੜਦੀ ਨਹੀਂ। ਇਹ ਉਹਦੀ ਸਮਰੱਥਾ ਹੀ ਹੈ ਨਾ, ਵੀ ਅੱਗ ਵਿੱਚੇ ਹੁੰਦਿਆਂ ਫਿਰ ਵੀ ਨਾ ਸਾੜੇ। ਈਂਧਨ ਤੇ ਬੈ ਸੰਤਰ ਭਾਗੈ। ਮਹਾਰਾਜ ਸਾਹਿਬ ਕਹਿੰਦੇ ਵੀ ਲੱਕੜ ਤੋਂ ਜਿਹੜੀ ਅੱਗ ਹੈ ਉਹ ਭੱਜਦੀ ਹੈ, ਭਾਵ ਵਿੱਚ ਰਹਿ ਕਰਕੇ ਉਹਨੂੰ ਨਹੀਂ ਸਾੜਦੀ ਹੈ। ਮਾਟੀ ਕੋ ਜਲ ਦਹਿ ਦਿਸ ਤਿਆਗੈ। ਤੇ ਮਿੱਟੀ ਦੇ ਦੁਆਲੇ ਜਿਹੜਾ ਜਲ ਹੈ, ਪਾਣੀ ਹੈ, ਉਹ 10 ਦਿਸ਼ਾਵਾਂ ਦੇ ਵਿੱਚ ਹੀ ਹੈ। ਮਿੱਟੀ ਦੇ ਆਲੇ ਦੁਆਲੇ ਪਾਣੀ ਪਾਣੀ ਹੈ। ਇਹ ਧਰਤੀ ਦੇ ਆਲੇ ਦੁਆਲੇ ਪਾਣੀ ਹੈ। ਇੱਥੇ ਮਾਟੀ ਤੋਂ ਭਾਵ ਸਾਰੀ ਧਰਤੀ, ਸਾਰੀ ਧਰਤੀ ਮਿੱਟੀ, ਤੇ ਇਸ ਧਰਤੀ ਮਿੱਟੀ ਦੇ ਆਲੇ ਦੁਆਲੇ ਜਾਲ ਹੈ। ਦਹਿ ਦੇਸੀ 10 ਦਿਸ਼ਾਵਾਂ ਤੇ ਹੀ ਜਾਲ ਹੈ, ਹੇਠਾਂ ਵੀ ਜਾਲ, ਉੱਪਰ ਵੀ ਜਾਲ, 4 ਚੁਫੇਰੇ 10 ਦਿਸ਼ਾਵਾਂ ਵਿੱਚ ਜਾਲ ਹੀ ਜਾਲ ਹੈ। ਇਸ ਕਰਕੇ ਜਿਹੜਾ ਪਾਣੀ ਹੈ ਉਹ ਜ਼ਿਆਦਾ ਹੈ, ਮਿੱਟੀ ਤਾਂ ਥੋੜ੍ਹੀ ਹੈ। ਅੱਜ ਕੱਲ੍ਹ ਦੇ ਵਿਗਿਆਨੀ ਲੋਕ ਵੀ ਇਹ ਗੱਲ ਕਹਿੰਦੇ, ਉਹ ਕਹਿੰਦੇ ਵੀ 1 ਹਿੱਸਾ ਮਿੱਟੀ ਹੈ ਤੇ 3 ਹਿੱਸੇ ਪਾਣੀ ਹੈ। ਇੰਨਾ ਸਮੁੰਦਰ ਹੈ, ਇੰਨਾ ਪਾਣੀ ਹੈ। ਹੁਣ ਪਾਣੀ ਮਿੱਟੀ ਦੇ ਹੇਠਾਂ ਵੀ, ਇਸ ਮਿੱਟੀ ਦੇ ਆਲੇ ਦੁਆਲੇ ਵੀ ਪਾਣੀ ਹੈ, ਪਰ ਮਹਾਰਾਜ ਕਹਿੰਦੇ 10 ਦਿਸ਼ਾਵਾਂ ਵਿੱਚ ਪਾਣੀ ਪਾਣੀ ਹੈ। ਕਰਤਾ ਪੁਰਖ ਨੇ ਪੈਦਾ ਕੀਤਾ, ਵਿੱਚ ਮਿੱਟੀ ਨੂੰ ਰੱਖਿਆ ਹੈ, ਤਿਆਗਾ ਹੈ, ਪਰ ਫਿਰ ਵੀ ਉਹਨੇ ਤਿਆਗਿਆ ਹੋਇਆ ਹੈ। ਨਹੀਂ ਤੇ ਪਾਣੀ ਦੇ ਵਿੱਚ ਮਿੱਟੀ ਨੂੰ ਰੱਖ ਦਈਏ ਤੇ ਪਾਣੀ ਜਿਹੜਾ ਹੈ ਉਹ ਮਿੱਟੀ ਨੂੰ ਖੋਰ ਦਿੰਦਾ ਹੈ ਨਾ। ਥੋੜ੍ਹਾ ਜਿਹਾ ਪਾਣੀ ਲੈ ਕਰਕੇ ਕਿਸੇ ਭਾਂਡੇ ਵਿੱਚ ਤੇ ਇੱਕ ਮਿੱਟੀ ਦਾ ਢੇਲਾ ਵਿੱਚ ਰੱਖ ਦਈਏ ਤੇ ਥੋੜ੍ਹੇ ਸਮੇਂ ਬਾਅਦ ਉਹ ਖੁਰ ਜਾਣਾ, ਵਿੱਚੇ ਮਿਲ ਜਾਣਾ ਪਾਣੀ ਦੇ। ਪਰ ਪਰਮੇਸ਼ਰ ਨੇ ਕਿੰਨਾ ਜ਼ਿਆਦਾ ਪਾਣੀ ਪੈਦਾ ਕੀਤਾ, ਉਹਦੇ ਵਿੱਚ ਧਰਤੀ ਰੱਖੀ ਹੋਈ ਹੈ ਪਾਣੀ ਦੇ ਵਿੱਚ, ਪਰ ਪਰਮੇਸ਼ਰ ਦੇ ਹੁਕਮ ਦੇ ਨਾਲ ਉਸ ਪਾਣੀ ਨੇ ਆਪਣੇ ਵਿੱਚ ਮਿੱਟੀ ਨੂੰ ਰੱਖ ਕਰਕੇ ਫਿਰ ਵੀ ਤਿਆਗਿਆ ਹੋਇਆ ਹੈ। ਮਾਟੀ ਕਉ ਜਾਲ ਦਹਿ ਦਿਸ, 10 ਦਿਸ਼ਾਵਾਂ ਵਿੱਚ ਹੁੰਦਿਆਂ ਵੀ ਫਿਰ ਵੀ ਤਿਆਗ ਹੈ, ਫਿਰ ਵੀ ਉਹਨੇ ਤਿਆਗਿਆ ਹੋਇਆ ਹੈ। ਮਿੱਟੀ ਨੂੰ ਖੋਰਦਾ ਨਹੀਂ, ਨਹੀਂ ਤੇ ਖੋਰ ਦਵੇ ਸਾਰੀ ਨੂੰ। ਜਿਸ ਵੇਲੇ ਬੋਰ ਕੀਤਾ ਜਾਂਦਾ ਹੈ, ਹੇਠੋਂ ਪਾਣੀ ਆਪਾਂ ਕੱਢਦੇ ਹਾਂ, ਧਰਤੀ ਦੇ ਵਿੱਚੋਂ ਪਾਣੀ ਨਿਕਲਦਾ ਹੈ, ਵਿੱਚ ਹੈ ਆ ਤੇ ਤਾਂ ਹੀ ਥੱਲਿਓਂ ਨਿਕਲਦਾ ਹੈ। ਹੋਰ ਆਲੇ ਦੁਆਲੇ ਵੀ ਸਮੁੰਦਰ ਹਨ, ਵਾਹਿਗੁਰੂ ਨੇ ਪੈਦਾ ਕੀਤੇ। ਮਹਾਰਾਜ ਕਹਿੰਦੇ ਉਹ ਸਮਰੱਥ ਹੈ ਭਾਈ, ਉਹਦੇ ਹੁਕਮ ਦੇ ਵਿੱਚ ਇਹ ਜਿਹੜਾ ਪਾਣੀ ਹੈ ਇਹ ਮਿੱਟੀ ਨੂੰ ਖੋਰਦਾ ਨਹੀਂ ਹੈ। ਮਿੱਟੀ ਨੂੰ ਵਿੱਚ ਰੱਖਿਆ ਹੋਇਆ ਜਲ ਦੇ ਵਿੱਚ, ਮਿੱਟੀ ਦੇ 10 ਦਿਸ਼ਾਵਾਂ ਵਿੱਚ ਜਾਲ ਹੀ ਜਾਲ ਹੈ, ਪਰ ਵਾਹਿਗੁਰੂ ਦੇ ਹੁਕਮ ਵਿੱਚ ਉਹਨੇ ਤਿਆਗਿਆ ਹੋਇਆ ਹੈ। ਉਹ ਡੁਬੋਂਦਾ ਨਹੀਂ ਹੈ, ਖੋਰਦਾ ਨਹੀਂ ਹੈ। ਉਪਰ ਚਰਨ ਤਲੈ ਆਕਾਸ। ਇਸ ਦਾ ਅਰਥ ਗੁਰਮੁਖਾਂ ਨੇ ਕੀਤਾ ਇਸ ਪਵਿੱਤਰ ਪੰਕਤੀ ਦਾ ਵੀ ਜਿਹੜੇ ਦਰਖਤ ਵਾ ਨਾ, ਦਰਖਤ ਉਹਨਾਂ ਦੇ ਚਰਨ ਤੇ ਉੱਪਰ ਨੂੰ ਕੀਤੇ ਹੋਏ ਆ, ਪੈਰ ਤੇ ਉੱਪਰ ਨੂੰ ਕੀਤੇ ਹੋਏ ਆ, ਤੇ ਜਿਹੜਾ ਆਕਾਸ ਨਾਮ ਹੈ ਸਿਰ ਦਾ, ਤੇ ਜਿਹੜਾ ਸਿਰ ਹੈ ਉਹ ਹੇਠਾਂ ਨੂੰ ਕੀਤਾ ਹੋਇਆ ਹੈ ਪਰਮੇਸ਼ਰ ਨੇ। ਦਰਖਤਾਂ ਦਾ ਕਪਾਲੀ ਆਸਣ ਲਵਾਇਆ ਹੋਇਆ ਹੈ। ਉਹ ਜੋਗੀ ਲੋਕ ਕਪਾਲੀ ਆਸਣ ਲਾਉਂਦੇ ਨਾ, ਜਦੋਂ ਆ ਯੋਗਾ ਅਭਿਆਸ ਕਰਨ ਵਾਲੇ, ਉਹ ਸਿਰ ਜਦੋਂ ਥੱਲੇ ਲਾ ਕੇ ਪੈਰ ਤਾਹ ਨੂੰ ਕਹਿੰਦੇ, ਉਹਨੂੰ ਕਪਾਲੀ ਆਸਣ ਕਹਿੰਦੇ। ਤੇ ਆ ਦਰਖਤਾਂ ਸਾਰਿਆਂ ਦਾ ਹੀ ਵਾਹਿਗੁਰੂ ਨੇ ਕਪਾਲੀ ਆਸਣ ਲਵਾਇਆ ਹੋਇਆ ਹੈ। ਇਹਨਾਂ ਦਾ ਜਿਹੜਾ ਸਿਰ ਵਾ ਉਹ ਥੱਲੇ ਆ ਧਰਤੀ ਦੇ ਵਿੱਚ, ਤੇ ਇਹਨਾਂ ਦੇ ਪੈਰ ਜਿਹੜੇ ਉੱਪਰ ਨੂੰ ਕੀਤੇ ਹੋਏ ਆ, ਤੇ ਵੇਖੋ ਕਿਵੇਂ ਹਰੇ ਭਰੇ ਹੋ ਰਹੇ।
ਜਿਹੜਾ ਮੁੱਢ ਵਾ ਉਹ ਸਿਰ ਵਾ, ਦਰਖਤਾਂ ਦਾ ਮੁੱਢ। ਉੱਪਰ ਚਰਨ, ਪੈਰ ਦਰਖਤਾਂ ਦੇ ਉੱਪਰ ਨੂੰ ਕੀਤੇ ਆ, ਤੇ ਤਲੇ ਆਕਾਸ, ਥੱਲੇ ਹੇਠਾਂ ਆਕਾਸ ਮੈਨੇ ਸਿਰ ਕੀਤਾ ਹੋਇਆ, ਤੇ ਫਿਰ ਵੀ ਹਰੇ ਭਰੇ ਆ। ਇਸੇ ਤਰ੍ਹਾਂ ਮਨੁੱਖ, ਇਹਦੀ ਜਦੋਂ ਪੈਦਾਇਸ਼ ਹੁੰਦੀ ਹੈ, ਜਨਮ ਹੁੰਦਾ ਹੈ, ਜਨਮ ਤੋਂ ਪਹਿਲਾਂ ਜਦੋਂ ਮਾਤਾ ਦੇ ਗਰਭ ਦੇ ਵਿੱਚ ਨਿੰਮਿਆ ਜਾਂਦਾ ਹੈ, ਸਥਿਤ ਹੁੰਦਾ ਹੈ, ਤੇ ਮਨੁੱਖ ਦੇ ਵੀ ਜਿਹੜਾ ਸਿਰ ਵਾ ਉਹ ਹੇਠਾਂ ਨੂੰ ਹੁੰਦਾ ਹੈ ਤੇ ਉੱਪਰ ਨੂੰ ਪੈਰ ਹੁੰਦੇ ਆ। ਜੈਤਸਰੀ ਕੀ ਵਾਰ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਹੀ ਫਰਮਾਇਆ, ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦਾ ਨਾਏ। ਵੇਖੋ ਕਿੰਨੇ ਮਹੀਨੇ ਜਨਮ ਤੋਂ ਪਹਿਲਾਂ ਜਿਹੜਾ ਵਾ ਇਹ ਗਰਭ ਦੇ ਵਿੱਚ ਰਹਿੰਦਾ ਹੈ ਸਰੀਰ, ਤੇ ਉਹਨਾਂ ਸਮਾਂ ਇਹਦਾ ਜਿਹੜਾ ਆਕਾਸ ਹੈ, ਸਿਰ ਹੈ। ਗੁਰਬਾਣੀ ਵਿੱਚ ਸਿਰ ਨੂੰ, ਦਿਮਾਗ ਨੂੰ, ਅਥਵਾ ਦਸਵੇਂ ਦੁਆਰ ਨੂੰ ਗਗਨ ਵੀ ਆਖਿਆ ਨਾ। ਗਗਨ, ਜਿਵੇਂ ਗਗਨ ਦਮਾਮਾ ਬਾਜਿਓ, ਉਹ ਬਾਹਰਲੇ ਨਗਾਰੇ ਦਾ ਵੀ ਵਾਚਕ ਹੈ, ਤੇ ਪਹਿਲਾਂ ਉਹ ਇਹ ਸਿਰ ਦਾ ਹੀ ਜ਼ਿਕਰ ਹੈ, ਦਸਮ ਦੁਆਰ ਦਾ ਹੀ। ਵੀ ਦਸਮ ਦੁਆਰ ਦੇ ਵਿੱਚ ਹੀ ਉਹ ਦਮਾਮਾ ਵੱਜਿਆ, ਤਾਂ ਉਹ ਆਕਾਸ਼ ਆਖਿਆ ਸਿਰ ਨੂੰ। ਤੇ ਜਿਹੜਾ ਮਨੁੱਖ ਦਾ ਸਿਰ ਵਾ ਉਹ ਹੇਠਾਂ ਨੂੰ ਹੁੰਦਾ ਹੈ, ਤੇ ਪੈਰ ਇਹਦੇ ਉੱਪਰ ਵੱਲ ਨੂੰ ਹੁੰਦੇ, ਤੇ ਕਿੰਨੇ ਮਹੀਨੇ ਇਸੇ ਤਰ੍ਹਾਂ ਹੀ ਰਹਿੰਦਾ ਹੈ, ਜਿੰਨਾ ਚਿਰ ਜਨਮ ਨਹੀਂ ਹੁੰਦਾ ਇਸ ਦਾ, ਪੁੱਠਾ ਹੀ ਲਟਕਦਾ ਹੈ। ਉੱਥੇ ਇਹਦੀ ਰੱਖਿਆ, ਇਹਦੀ ਪਾਲਣਾ ਵਾਹਿਗੁਰੂ ਜੀ ਨੇ ਕੀਤੀ ਹੈ। ਜਿਸ ਥਾਂ ਦੇ ਉੱਤੇ ਉਹ ਗਰਭ ਦੀ ਵੀ ਅੱਗ ਹੈ, ਅੱਗ ਦੇ ਵਿੱਚ ਇਹਨੂੰ ਰੱਖਿਆ। ਜਠਰ ਅਗਨੀ ਹੈ, ਗਰਭ ਦੀ ਅਗਨੀ ਹੈ, ਖਾਧਾ ਪੀਤਾ ਜੋ ਹਜਮ ਕਰਦੀ ਹੈ। ਉੱਥੇ ਫੁੱਲ ਭਾਰ, ਫੁੱਲ ਵਰਗਾ ਕੋਮਲ ਇਹਦੀ ਪਾਲਣਾ ਕੀਤੀ ਹੈ। ਇਹਨੂੰ ਇੰਜ ਸਰੀਰ ਨੂੰ ਪਕਾਇਆ ਜਿਵੇਂ ਘੁਮਿਆਰ ਭਾਂਡੇ ਨੂੰ ਪਕਾਉਂਦੇ ਆ, ਅੱਗ ਦੇ ਵਿੱਚ ਭਾਂਡੇ ਨੂੰ ਸੇਕ ਦੇ ਕੇ ਪਕਾਉਂਦੇ ਆ। ਇਹ ਸਰੀਰ ਨੂੰ ਜਾਣੋ ਇਸ ਤਰ੍ਹਾਂ ਗਰਭ ਅਗਨੀ ਵਿੱਚ ਪਕਾਇਆ ਕਰਤਾ ਪੁਰਖ ਨੇ। ਆਨੰਦ ਸਾਹਿਬ ਚ ਮਹਾਰਾਜ ਕਹਿੰਦੇ ਨਾ, ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਏ ਵੱਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਓਸਨੋ ਕਿਹੋ ਪੋਹਿ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵੱਡ ਦਾਤਾ, ਸੋ ਕਿਉ ਮਨਹੁ ਵਿਸਾਰੀਐ। ਗਰਭ ਅਗਨੀ ਦੇ ਵਿੱਚ ਆਹਾਰ ਦਿੱਤਾ, ਪ੍ਰਤਪਾਲਨਾ ਕੀਤੀ। ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨਾ ਸੇਕ। ਉੱਥੇ ਸੇਕ ਨਹੀਂ ਲੱਗਣ ਦਿੱਤਾ, ਤੱਤੀ ਵਾਹ ਨਹੀਂ ਲੱਗਣ ਦਿੱਤੀ। ਇਸੇ ਨੂੰ ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ, ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ। ਇਹ ਭਾਈ ਉਹ ਕਿਉਂ ਭੁੱਲ ਗਿਆ ਜਿਹਨੇ ਤੈਨੂੰ ਪੁੱਠੇ ਲਟਕਦੇ ਹੋਇਆਂ ਗਰਭ ਦੀ ਅੱਗ ਵਿੱਚ ਵੀ ਤੇਰੀ ਰੱਖਿਆ ਕੀਤੀ ਹੈ। ਜਿਸ ਵੇਲੇ ਉੱਪਰ ਚਰਨ, ਤੇਰੇ ਪੈਰ ਉੱਪਰ ਨੂੰ ਸੀ, ਤੂੰ ਕਪਾਲੀ ਆਸਣ ਜਾਣੋ ਲਾਇਆ ਹੋਇਆ ਸੀ, ਉੱਥੇ ਵਾਹਿਗੁਰੂ ਨੇ ਲਵਾਇਆ ਸੀ ਤੈਨੂੰ ਕਿ, ਤਾਂ ਉੱਥੇ ਸਿਰ ਹੇਠਾਂ ਵੱਲ ਨੂੰ ਸੀ। ਕੈਸੀ ਅਸਚਰਜਤਾ ਹੈ। ਮਹਾਰਾਜ ਕਹਿੰਦੇ ਦਰਖਤਾਂ ਨੂੰ ਵੀ ਇਸੇ ਤਰ੍ਹਾਂ ਪੁੱਠੇ ਕੀਤਾ ਹੋਇਆ ਹੈ, ਇਹ ਜੀਵ ਨੂੰ ਵੀ ਗਰਭ ਦੇ ਵਿੱਚ ਪੁੱਠਾ ਲਟਕਾਇਆ ਹੋਇਆ ਹੈ, ਪਰ ਉੱਥੇ ਪਰਤ ਪਾਲਣਾ ਕੀਤੀ ਇੰਨੇ ਮਹੀਨੇ ਰੱਖ ਕਰਕੇ। ਐਸਾ ਉਹ ਸਮਰੱਥ ਹੈ ਹਰੀ ਜੀ, ਉਹ ਪਰਮੇਸ਼ਰ ਵਾਹਿਗੁਰੂ। ਘਾਟ ਮਹਿ ਸਿੰਧ ਕੀਓ ਪਰਗਾਸ। ਤੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੇ ਚਾਹਵੇ ਨਾ ਤੇ ਘੜੇ ਵਿੱਚ ਸਮੁੰਦਰ ਨੂੰ ਵੀ ਪਾ ਦਿੰਦਾ। ਐਸਾ ਉਹ ਪ੍ਰਕਾਸ਼ ਵਾਲਾ ਹੈ, ਐਸਾ ਸਮਰੱਥਾ ਵਾਲਾ ਵਾਹਿਗੁਰੂ ਹੈ। ਉਹ ਇਹ ਸਾਰੇ ਸਾਗਰ ਨੂੰ ਇੱਕ ਨਿੱਘੀ ਜਿਹੀ ਗਾਗਰ 'ਚ ਵੀ ਪਾ ਸਕਦਾ, ਇੱਕ ਕੁੱਜੇ 'ਚ ਵੀ ਪਾ ਸਕਦਾ ਸਮੁੰਦਰ ਨੂੰ, ਕਿਉਂਕਿ ਉਹਨੇ ਹੀ ਇਹ ਵਿਸ਼ਾਲਤਾ ਇਹਦੀ ਪੈਦਾ ਕੀਤੀ ਹੋਈ, ਇਹਨੂੰ ਘੜੇ 'ਚ ਵੀ ਪਾ ਕੇ ਰੱਖ ਸਕਦਾ। ਘਟ ਮਹਿ ਸਿੰਧ ਕੀਓ ਪ੍ਰਗਾਸ। ਉਹਨੇ ਆਪਣੇ ਹੁਕਮ ਰੂਪੀ ਘੜੇ ਦੇ ਵਿੱਚ ਸਿੰਧ ਸਮੁੰਦਰ ਨੂੰ ਪਾਇਆ ਹੋਇਆ ਹੈ।
ਐਸਾ ਉਹ ਵਾਹਿਗੁਰੂ ਹੈ। ਅਥਵਾ ਘਟ ਨਾਮ ਹੈ ਸਰੀਰ ਦਾ। ਇਹ ਜੀਵਾਂ ਦੇ ਸਰੀਰ ਰੂਪੀ ਘਟ, ਹਿਰਦੇ ਰੂਪੀ ਘੜੇ ਦੇ ਵਿੱਚ ਸਿੰਧ ਜੋ ਸਮੁੰਦਰ ਰੂਪੀ ਵਿਸ਼ਾਲ ਉਹ ਪ੍ਰਮਾਤਮਾ ਆਪ ਹੈ, ਉਹਨੇ ਆਪਣਾ ਪ੍ਰਗਾਸ ਕੀਤਾ ਹੋਇਆ ਹੈ। ਆਪ ਉਹ ਇਹ ਮਨੁੱਖਾਂ ਦੇ ਸਰੀਰਾਂ ਰੂਪੀ ਘੜਿਆਂ ਦੇ ਵਿੱਚ ਆਪ ਵਾਹਿਗੁਰੂ ਪਰਮੇਸ਼ਰ ਸਮਾਇਆ ਹੋਇਆ, ਆਪਣਾ ਪ੍ਰਗਾਸ ਉਹਨੇ ਆਪ ਕੀਤਾ ਹੋਇਆ। ਏਡਾ ਵੱਡਾ ਹੁੰਦਿਆਂ, ਸਿੰਧ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੁੰਦਿਆਂ ਉਹ ਪਰਮੇਸ਼ਰ, ਉਹਨੇ ਆਪਣੀ ਜੋਤ ਨੂੰ ਮਨੁੱਖ ਦੇ ਸਰੀਰ ਦੇ ਵਿੱਚ ਟਿਕਾਇਆ ਹੋਇਆ ਹੈ। ਇਸੇ ਨੂੰ ਮਹਾਰਾਜ ਨੇ ਆਖਿਆ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਹ ਜੋਤੀ ਸਰੂਪ ਨੇ ਆਪਣਾ ਆਪ ਇਹ ਜੀਵ ਦੇ ਅੰਦਰ ਰੱਖਿਆ ਹੋਇਆ ਹੈ। ਤਾਂ ਹੀ ਮਹਾਰਾਜ ਕਹਿੰਦੇ, ਭਾਈ ਉਹਨੂੰ ਆਪਣੇ ਅੰਦਰੋਂ ਹੀ ਖੋਜ। ਗੁਰੂ ਕੇ ਸ਼ਬਦ ਦੇ ਨਾਲ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਸ਼ਬਦ ਦੀ ਖੋਜ ਕਰੇ ਤੇ ਮਿਲਣਾ ਕਿੱਥੋਂ ਆ? ਬਾਹਰੋਂ ਤਾਂ ਢੂੰਡਦਿਆਂ ਢੂੰਡਦਿਆਂ ਥੱਕ ਹੀ ਗਏ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਸਾਹਿਬ ਜੀ ਨੇ ਹਿਰਦੇ ਘਰ ਵਿੱਚ ਹੀ ਵਿਖਾ ਦਿੱਤਾ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਉਹਨਾਂ ਨੇ ਫਿਰ ਕਹਿ ਦਿੱਤਾ ਵੀ ਬਾਹਰੋਂ ਨਹੀਂ, ਜਦੋਂ ਮਿਲਿਆ ਅੰਦਰੋਂ ਹੀ ਮਿਲਿਆ। ਉਹ ਵਾਹਿਗੁਰੂ ਨੇ ਹੈ ਤਾਂ ਉਹ ਬੜਾ ਵੱਡਾ ਸਮੁੰਦਰ ਨਿਆਈ, ਸਾਰੇ ਥਾਵਾਂ 'ਤੇ ਵਿਆਪਕ ਹੈ, ਪਰ ਉਹਨੇ ਸਾਡੇ ਸਰੀਰ ਵਿੱਚ ਵੀ ਆਪਣਾ ਵਸੇਬਾ ਕੀਤਾ ਹੋਇਆ ਹੈ। ਭਗਤ ਪੀਪਾ ਜੀ ਨੇ ਕਹਿ ਦਿੱਤਾ ਵੀ ਜਿਹੜਾ ਵਾਹਿਗੁਰੂ ਸਾਰੇ ਬ੍ਰਹਿਮੰਡਾਂ ਵਿੱਚ ਵਿਆਪਕ ਹੈ ਨਾ, ਉਹ ਇਸ ਸਰੀਰ ਵਿੱਚ ਵੀ ਉਹ ਆਪ ਹੀ ਬੈਠਾ ਹੋਇਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪਰ ਪਾਉਂਦਾ ਉਹ ਆ ਜਿਹੜਾ ਖੋਜ ਕਰਦਾ ਹੈ ਸ਼ਬਦ ਦੇ ਨਾਲ। ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਸਤਿਗੁਰੂ ਲਿਖਾਉਂਦੇ। ਬਾਬਾ ਫਰੀਦ ਸਾਹਿਬ ਜੀ ਨੂੰ ਪ੍ਰਾਪਤੀ ਹੋਈ ਤੇ ਉਹਨਾਂ ਨੇ ਕਹਿ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਕਹਿੰਦੇ ਰੱਬ ਹਿਰਦੇ ਵਿੱਚ ਹੀ ਵਸਦਾ ਹੈ, ਜੰਗਲ ਵਿੱਚ ਕੀ ਢੂੰਡਦੇ ਫਿਰਨਾ ਹੈ? ਉਹ ਅੰਦਰ ਹੀ ਵਸਦਾ ਹੈ। ਤਾਂ ਘਟ ਮਹਿ ਸਿੰਧ ਕੀਓ ਪ੍ਰਗਾਸ। ਉਹ ਸਮੁੰਦਰ ਸਰੂਪ ਪਰਮੇਸ਼ਰ ਨੇ ਇਹ ਕਾਇਆ ਰੂਪੀ ਘਟ ਘੜੇ ਦੇ ਵਿੱਚ, ਇਸ ਮਟਕੇ ਵਿੱਚ ਹੀ ਆਪਣਾ ਪ੍ਰਗਾਸ ਕੀਤਾ ਹੋਇਆ ਹੈ। ਐਸਾ ਸਮਰੱਥ ਹਰ ਜੀਉ ਆਪ। ਇਹ ਭਾਈ ਐਸਾ ਸਮਰੱਥ ਹੈ ਜੋ ਹਰੀ ਜੀਉ ਹੈ, ਉਹ ਆਪ ਐਸੀ ਸਮਰੱਥਾ ਰੱਖਣ ਵਾਲਾ ਹੈ। ਇੰਨਾ ਸਰਬ ਸ਼ਕਤੀਮਾਨ ਹੈ ਵੀ ਉਹ ਜੋ ਕੁਝ ਚਾਹੇ ਉਹਦੇ ਵਿੱਚ ਕਰਨ ਦੀ ਸਮਰੱਥਾ ਹੈ। ਉਹਨੇ ਅੱਗ ਨੂੰ ਲੱਕੜਾਂ ਦੇ ਵਿੱਚ ਰੱਖਿਆ ਹੋਇਆ, ਤੇ ਵਿੱਚ ਬੈਠੀ ਹੋਈ ਅੱਗ ਲੱਕੜਾਂ ਨੂੰ ਸਾੜਦੀ ਨਹੀਂ, ਦਰਖਤਾਂ ਨੂੰ ਸਾੜਦੀ ਨਹੀਂ। ਉਹਨੇ ਪਾਣੀ ਬਹੁਤਾ ਪੈਦਾ ਕੀਤਾ ਹੈ ਤੇ ਪਾਣੀ ਦੇ ਵਿੱਚ ਮਿੱਟੀ ਨੂੰ ਟਿਕਾਇਆ ਹੋਇਆ ਹੈ, ਤੇ ਪਾਣੀ ਮਿੱਟੀ ਨੂੰ ਖੋਰਦਾ ਨਹੀਂ, ਇਹਨੂੰ ਆਪਣੇ ਵਿੱਚ ਡੁਬੋਂਦਾ ਨਹੀਂ। ਇਹ ਪਰਮੇਸ਼ਰ ਦੀ ਸਮਰੱਥਾ ਹੈ। ਉਹਨੇ ਦਰਖਤਾਂ ਦੇ ਪੈਰ ਜਿਹੜੇ ਉੱਪਰ ਨੂੰ ਕੀਤੇ ਹੋਏ ਤੇ ਸਿਰ ਹੇਠਾਂ ਨੂੰ ਕੀਤਾ ਹੋਇਆ ਹੈ, ਤੇ ਇਸ ਤਰ੍ਹਾਂ ਹੀ ਦਰਖਤ ਬਨਸਪਤੀ ਜਿਹੜੀ ਵੱਧ ਫੁੱਲ ਰਹੀ ਹੈ। ਉਸ ਨੇ ਮਨੁੱਖ ਨੂੰ ਜਨਮ ਤੋਂ ਪਹਿਲਾਂ ਗਰਭ ਅਗਨੀ ਦੇ ਵਿੱਚ ਇਹਦਾ ਸਿਰ ਹੇਠਾਂ ਨੂੰ ਕੀਤਾ ਹੋਇਆ ਤੇ ਪੈਰ ਉੱਪਰ ਨੂੰ ਕੀਤੇ ਹੋਏ ਆ। ਉਹ ਐਸੀ ਸਮਰੱਥਾ ਵਾਲਾ ਹੈ। ਤਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਇੰਨਾ ਸਮੁੰਦਰ ਨਿਆਈ ਵਿਸ਼ਾਲ ਹੁੰਦਿਆਂ ਜੀਵ ਦੇ ਸਰੀਰ, ਜੀਵ ਦੇ ਹਿਰਦੇ ਦੇ ਵਿੱਚ ਆਪਣਾ ਪ੍ਰਗਾਸ ਕੀਤਾ ਹੋਇਆ। ਹੁਣ ਕਿੰਨੇ ਜੀਵਨ ਨੇ ਪੈਦਾ ਕੀਤੇ ਤੇ ਕੱਲੇ ਕੱਲੇ ਦੇ ਵਿੱਚ ਆਪ ਬੈਠਾ ਹੋਇਆ। ਕਿੱਡੀ ਵੱਡੀ ਸਮਰੱਥਾ ਹੈ। ਕੱਲੇ ਕੱਲੇ ਦਾ ਹਿਸਾਬ ਕਿਤਾਬ ਵੀ ਆਪ ਰੱਖਦਾ ਪੂਰਾ ਪੂਰਾ, ਅੰਦਰੋਂ ਬਾਹਰੋਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹਿਸਾਬ ਕਿਤਾਬ ਰੱਖਣਾ ਤੇ ਸਿਰਫ ਆਪਣੇ ਪਰਿਵਾਰ ਦਾ ਹੀ ਬੜਾ ਔਖਾ ਹੁੰਦਾ ਵਾ। ਆਪਾਂ ਘਰਾਂ 'ਚ ਰਹਿੰਦੇ ਆ, ਆਪਦੇ ਪਰਿਵਾਰ ਬਾਰੇ ਸਾਰਾ ਕੁਝ ਜਾਣਨਾ ਬੜਾ ਔਖਾ ਹੁੰਦਾ ਵਾ, ਅੰਦਰੋਂ ਬਾਹਰੋਂ, ਵੀ ਕਿਸੇ ਦਾ ਕੀ ਖਿਆਲ ਹੈ, ਕੀ ਸੋਚ ਹੈ, ਕੀ ਫੁਰਨਾ ਹੈ। ਪਰ ਪਰਮੇਸ਼ਰ ਐਸਾ ਸਮਰੱਥ ਹੈ ਵੀ ਕੱਲੇ ਕੱਲੇ ਦੇ ਅੰਦਰ ਨੂੰ ਵੀ ਜਾਣਦਾ, ਵੀ ਕਿੱਥੇ ਕੁ ਖਲੋਤਾ ਹੋਇਆ ਹੈ, ਕਿੰਨਾ ਕੁ ਧਾਰਮਿਕ ਹੈ,
ਕਿੰਨਾ ਕੁ ਧਰਮੀ ਹੈ, ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਬੁਰਾ ਹੈ, ਕਿੰਨੀਆਂ ਕੁ ਚੰਗਿਆਈਆਂ ਪੱਲੇ, ਕਿੰਨੀਆਂ ਕੁ ਬੁਰਿਆਈਆਂ, ਸਭ ਕੁਝ ਜਾਣਦਾ। ਮਹਾਰਾਜ ਕਹਿੰਦੇ ਉਹ ਤਾਂ ਪੂਰੀਆਂ ਨਬਜ਼ਾਂ ਜਾਣਦਾ, ਕਿੰਨੀ ਕੁ ਤੇਜ਼ ਚੱਲਦੀ ਤੇ ਕਿੰਨੀ ਕੁ ਹੌਲੀ ਚੱਲਦੀ। ਇੱਕ ਬਚਨ ਆਉਂਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ, ਗਰੀਬ ਨਵਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਭੀਜੇ ਅੰਦਰ ਨਹੀਂ ਨਾ ਸੁੱਧ ਤੇ ਉਤੋਂ ਵਿਖਾਵੇ ਦਾ ਭਾਵੇਂ ਕਿੰਨੇ ਮਰਜ਼ੀ ਰਾਗ ਗਾਈ ਜਾਵੇ। ਕਈ ਵਾਰੀ ਨਾ ਗਾਉਂਦਿਆਂ ਗਾਉਂਦਿਆਂ ਕਈ ਰੋਣ ਵੀ ਲੱਗ ਪੈਂਦੇ ਆ। ਉਹ ਕਹਿੰਦੇ ਵੀ ਸੰਗਤ ਵਾਹਵਾ ਪ੍ਰਭਾਵਿਤ ਜੀ ਹੋ ਜੇ, ਕਈ ਵਾਰੀ ਉਂਝ ਹੀ ਰੋਣ ਲੱਗ ਪੈਂਦੇ ਵਿਖਾਵਾ ਜਿਹਾ ਕਰਕੇ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਵਿਖਾਵੇ ਦਾ ਰੋਣਾ ਨਾ, ਉਹ ਭਾਵੇਂ ਕਿੰਨਾ ਕੋਈ ਰੋਈ ਜਾਵੇ ਤੇ ਉਸ ਰੋਣ ਤੇ ਰੱਬ ਨਹੀਂ ਰੀਝਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਜੇ ਅੰਦਰ ਕਪਟ ਵਾ, ਅੰਦਰ ਵਿਕਾਰ ਵਾ, ਤੇ ਫਿਰ ਰੋਣ ਤੇ ਨਹੀਂ ਉਹ ਰੀਝਣ ਲੱਗਾ। ਅੱਗੇ ਮਹਾਰਾਜ ਨੇ ਬਚਨ ਕੀਤਾ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਦਾ ਹਿਰਦਾ ਸੁੱਧ ਹੈ ਉਹਨਾਂ ਦੀ ਭਗਤੀ ਪ੍ਰਵਾਨ ਹੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਪਿਛਲੇ ਸਮੇਂ ਦੇ ਵਿੱਚ ਨਾ ਜਿਹੜੇ ਵੈਦ ਹਕੀਮ ਹੁੰਦੇ ਸੀ, ਉਹਨਾਂ ਨੂੰ ਹੱਥ ਹੀ ਦੇਣਾ ਪੈਂਦਾ ਸੀ। ਉਹ ਹੱਥ ਫੜ ਕੇ ਤੇ ਨਬਜ਼ ਵਹਿੰਦੇ ਹੁੰਦੇ ਸੀ ਵੀ ਕਿੰਨੀ ਕੁ ਚੱਲਦੀ ਆ, ਤੇਜ਼ ਚੱਲਦੀ ਆ ਕਿ ਹੌਲੀ ਚੱਲਦੀ ਆ, ਗਰਮੀ ਹੈ ਕਿ ਸਰਦੀ ਹੈ ਕਿ ਵਾਈ ਹੈ, ਕੀ ਰੋਗ ਹੈ। ਤੇ ਮਹਾਰਾਜ ਕਹਿੰਦੇ ਵੀ ਜਿਵੇਂ ਵੈਦ ਨੂੰ ਹੱਥ ਦੇਈਦਾ ਤੇ ਉਹ ਨਬਜ਼ ਵੇਖ ਕੇ ਦੱਸ ਦਿੰਦਾ ਨਾ ਵੀ ਕੀ ਰੋਗ ਵਾ, ਇਸੇ ਤਰ੍ਹਾਂ ਹਰ ਕਰਤਾ ਸਭ ਕੁਛ ਜਾਣਦਾ। ਉਹ ਭਾਵੇਂ ਬਾਂਹ ਨਹੀਂ ਵੀ ਫੜਦਾ ਨਾ ਨਬਜ਼ ਨਵੀਂ, ਪਰ ਨਬਜ਼ਾਂ ਬਣਾਈਆਂ ਉਹਨੇ ਹੀ ਆ। ਇਸ ਕਰਕੇ ਉਹ ਜਾਣਦਾ ਪੂਰੇ ਵੀ ਕਿੰਨੀ ਕੁ ਚੱਲਦੀ, ਇਹਦੀ ਕਿੱਥੇ ਚੱਲਦੀ, ਤੇਜ਼ ਹੈ ਕਿ ਹੌਲੀ ਚੱਲਦੀ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁੱਧ ਹੈ ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸੁੱਧ ਹੈ ਉਹਨਾਂ ਦੀ ਹੀ ਭਗਤੀ ਪ੍ਰਵਾਨ ਹੁੰਦੀ ਹੈ। ਉਹਨਾਂ ਦਾ ਗਾਵਿਆ ਸੁਣਿਆ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੁੰਦਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਐਸਾ ਸਮਰੱਥ ਹੈ, ਹਰ ਇੱਕ ਨੂੰ ਜਾਣਦਾ ਹੈ ਤੇ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਐਸਾ ਸਮਰੱਥ ਹਰ ਜੀਓ ਆਪ। ਜੋ ਪਿਛਲੀਆਂ ਪੰਕਤੀਆਂ ਵਿੱਚ ਦੱਸਿਆ, ਇਹ ਸਭ ਕੁਝ ਉਹਨੇ ਕੀਤਾ ਹੋਇਆ, ਐਸੀ ਉਹਦੇ ਵਿੱਚ ਸਮਰੱਥਾ ਹੈ। ਸਭ ਕੁਝ ਕਰਨ ਦੀ ਸਮਰੱਥਾ ਵਾਲਾ ਵਾਹਿਗੁਰੂ ਹੈ। ਮਨੁੱਖ ਉਹ ਕੁਝ ਸੋਚ ਵੀ ਨਹੀਂ ਸਕਦਾ ਜੋ ਕੁਝ ਪਰਮੇਸ਼ਰ ਕਰ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ। ਕਹਿੰਦੇ ਵੀ ਜੋ ਮੈਂ ਚਿਤਵਣੀ ਕਰਦਾ ਉਹ ਨਹੀਂ ਉਹ ਹੁੰਦਾ, ਤੇ ਮੇਰੀ ਚਿਤਵਣੀ ਕਰਨ ਦਾ ਫਿਰ ਫਾਇਦਾ ਕੀ, ਲਾਭ ਕੀ। ਵੀ ਜੋ ਮੈਂ ਸੋਚਦਾ ਵਾ ਉਹ ਕੁਝ ਹੁੰਦਾ ਹੀ ਨਹੀਂ। ਆਪਣਾ ਚਿਤ ਵਿਆਹ ਹਰ ਕਰੈ ਜੋ ਮੇਰੇ ਚਿਤ ਨਾ ਹੋਏ। ਆਪਣਾ ਚਿਤ ਵਿਹਾਰੀ ਕਰਦਾ, ਉਹ ਮੇਰੇ ਚਿੱਤ ਵਿੱਚ ਨਹੀਂ ਹੁੰਦਾ, ਉਹ ਕੁਝ ਹੋ ਜਾਂਦਾ। ਰੱਬ ਕਰਦਾ ਹੀ ਹੋਇਆ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਖਿਆ ਵੀ ਰੱਬ ਉਹ ਗੱਲਾਂ ਕਰਦਾ ਵਾ ਜਿਹੜੀਆਂ ਬੰਦੇ ਦੇ ਚਿੱਤ ਖਿਆਲ ਵਿੱਚ ਵੀ ਨਹੀਂ ਹੁੰਦੀਆਂ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਉਹ ਰੱਬ ਨੇ ਕਰ ਦਿੱਤੀਆਂ ਗੱਲਾਂ। ਕਈ ਵਾਰੀ ਮਨੁੱਖ ਕਹਿੰਦਾ ਵੀ ਆਹ ਕੋਈ ਤੇ ਸੋਚਿਆ ਵੀ ਨਹੀਂ ਸੀ ਵੀ ਇਸ ਤਰ੍ਹਾਂ ਹੋ ਜਾਵੇਗਾ, ਪਰ ਹੋ ਗਿਆ, ਆਪਣੇ ਆਪ ਨਹੀਂ ਹੋ ਗਿਆ। ਸੋ ਗੱਲ ਹੀ ਰੱਬ ਕੀਆਂ, ਉਹ ਰੱਬ ਨੇ ਕੀਤੀਆਂ ਤਾਂ ਹੋਈਆਂ ਗੱਲਾਂ। ਉਹ ਕੁਝ ਉਹ ਪਰਮੇਸ਼ਰ ਕਰਦਾ ਜੋ ਮਨੁੱਖ ਸੋਚਦਾ ਵੀ ਨਹੀਂ, ਕਿਉਂਕਿ ਉਹਨੇ ਕਿਹੜਾ ਕਿਸੇ ਦੀ ਸਲਾਹ ਲੈਣੀ। ਜਦੋਂ ਕੁਝ ਕਰਨਾ ਕਿਸੇ ਦੀ ਸਲਾਹ ਨਹੀਂ ਲੈਂਦਾ। ਜੇ ਤੇ ਸਲਾਹ ਲੈਣ ਲੱਗ ਪਵੇ ਤੇ ਫਿਰ ਸਾਰੇ ਉਹਨੂੰ ਸਲਾਹਾਂ ਦੇਣ ਲੱਗ ਪੈਣੇ। ਤੇ ਸਲਾਹਕਾਰ ਬੜੇ ਸੰਸਾਰ 'ਚ, ਫਿਰ ਸਾਰੇ ਉਹਨੂੰ ਸਲਾਹਾਂ ਦੇਣ, ਹਰ ਇੱਕ ਦੀ ਵੱਖਰੀ ਵੱਖਰੀ ਸਲਾਹ। ਪਰ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹ ਆਪਣੀ ਮਰਜ਼ੀ ਕਰਦਾ। ਗੁਰਬਾਣੀ 'ਚ ਬਚਨ ਵਾ ਵੀ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਜੋ ਕਿਛ ਕਰੈ ਸੋ ਆਪਹਿ ਕਰੈ ਬੀਓ ਪੂਛ ਨਾ ਮਸਲਤ ਧਰੈ। ਮਸਲਤ ਨਾਮ ਸਲਾਹ ਦਾ ਹੈ ਵੀ ਉਹ ਦੂਜੇ ਕਿਸੇ ਨੂੰ ਪੁੱਛ ਕੇ ਸਲਾਹ ਨਹੀਂ ਲੈਂਦਾ, ਕਿਉਂਕਿ ਉਹਨੂੰ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ। ਉਹ ਸਮਰੱਥ ਵਾ, ਸਭ ਤੋਂ ਵੱਡਾ ਵਾ, ਸਭ ਤੋਂ ਸਿਆਣਾ ਵਾ, ਸਭ ਤੋਂ ਸ਼ਕਤੀਮਾਨ ਵਾ। ਉਹਦੀ ਸ਼ਕਤੀ ਦਾ ਤੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਉਹਦੀ ਸ਼ਕਤੀ ਦਾ ਤੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ।
ਪਰਮੇਸ਼ਰ ਵਾਹਿਗੁਰੂ ਜੀ ਨੇ ਕੀ ਕੁਝ ਕਰ ਦਿੱਤਾ। ਉਹ ਇੱਕ ਫੁਰਨਾ ਹੀ ਬਣਾਉਂਦਾ ਵਾ ਤੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੰਦਾ, ਇੱਕ ਫੁਰਨਾ ਹੀ ਬਣਾਉਂਦਾ ਤੇ ਸਾਰਿਆਂ ਨੂੰ ਸਮਾਪਤ ਕਰ ਦਿੰਦਾ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ ਵੀ ਉਹਦੇ ਤੇ ਇੱਕ ਅੱਖ ਝਮਕਣ ਦਾ ਹੀ ਕੰਮ ਵਾ। ਹਰਨ ਭਰਨ ਜਾ ਕਾ ਨੇਤਰ ਫੋਰ, ਨੇਤਰ ਫੋਰ ਕਹਿੰਦੇ ਅੱਖ ਝਮਕਣ ਨੂੰ। ਇੱਕ ਵਾਰੀ ਅੱਖ ਮੀਟ ਕੇ ਖੋਲਣ ਦਾ ਇੰਨਾ ਹੀ ਕੰਮ ਆ ਉਹ ਪਰਮੇਸ਼ਰ ਦਾ। ਇੰਨੇ ਚਿਰ 'ਚ ਉਹ ਸੰਸਾਰ ਨੂੰ ਪੈਦਾ ਵੀ ਕਰ ਦਿੰਦਾ ਤੇ ਇੰਨੇ ਚਿਰ ਵਿੱਚ ਉਹ ਸਮਾਪਤ ਵੀ ਕਰ ਦਿੰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹਦੇ ਮੰਤਰ ਨੂੰ ਕੋਈ ਦੂਜਾ ਨਹੀਂ ਜਾਣਦਾ। ਮੰਤਰ ਨਾਮ ਸਲਾਹ ਦਾ, ਮੰਤਰ ਨਾਮ ਫੁਰਨੇ ਦਾ। ਜਪਜੀ ਸਾਹਿਬ 'ਚ ਇੱਕ ਪੌੜੀ ਆਪਾਂ ਪੜ੍ਹਦੇ ਨਾ, ਉਹਦੇ 'ਚ ਮਹਾਰਾਜ ਨੇ ਆਖਿਆ ਵੀ ਉਹਦਾ ਅੰਤ ਹੀ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਇਹ ਤੋਂ ਅਗਲੀ ਪੰਕਤੀ, ਅੰਤ ਨਾ ਜਾਪੈ ਕਿਆ ਮਨ ਮੰਤ। ਵੀ ਉਹਦੇ ਮਨ ਵਿੱਚ ਫੁਰਨਾ ਕੀ ਹੈ ਇਹਦਾ ਵੀ ਕੋਈ ਪਤਾ ਨਹੀਂ, ਵੀ ਅਗਲੇ ਘੜੀ ਉਹਨੇ ਕੀ ਕਰ ਦੇਣਾ ਹੈ, ਇਹ ਉਹੀ ਜਾਣਦਾ ਵਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਪਤਾ ਨਹੀਂ ਅਗਲੀ ਘੜੀ ਵਿੱਚ ਆਕਾਸ਼ ਵਿੱਚ ਚੜ੍ਹਿਆਂ ਨੂੰ ਉਹਨੇ ਲਾ ਕੇ ਥੱਲੇ ਨਹੀਂ ਸੁੱਟ ਦੇਣਾ। ਜਲ ਤੇ ਉਹ ਥਲ ਕਰ ਦਿੰਦਾ, ਥਲ ਵਾਲੇ ਥਾਂ ਤੇ ਖੂਹ ਲਾ ਦਿੰਦਾ, ਜਿੱਥੇ ਖੂਹ ਆ ਉੱਥੇ ਪਹਾੜ ਵੀ ਬਣਾ ਦਿੰਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ। ਇਹਦਾ ਭਾਵ ਇਹ ਆ ਵੀ ਜਿਹੜੇ ਨੀਵੇਂ ਥਾਂ ਤੇ ਬੈਠੇ ਆ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਦੱਸਦਾ, ਜੇ ਚਾਹਵੇ ਤੇ ਉਹਨਾਂ ਨੂੰ ਵੱਡੀਆਂ ਵੱਡੀਆਂ ਪਦਵੀਆਂ ਤੇ ਵੀ ਬਹਾ ਦਿੰਦਾ। ਤੇ ਜਿਨ੍ਹਾਂ ਨੂੰ ਵੱਡੀਆਂ ਪਦਵੀਆਂ ਤੇ ਬਹਾਇਆ ਵਾ ਨਾ, ਆਕਾਸ਼ ਤੋਂ ਥੱਲੇ ਲਾਉਣ ਤੋਂ ਭਾਵ ਉਹਨਾਂ ਨੂੰ ਉਹ ਪਦਵੀਆਂ ਤੋਂ ਲਾ ਕੇ ਥੱਲੇ ਵੀ ਸੁੱਟ ਦਿੰਦਾ ਵਾ ਇੱਕ ਖਿਣ ਵਿੱਚ ਹੀ। ਧਰਤੀ ਤੇ ਆਕਾਸ਼ ਚੜਾਉਣ ਵਾਲਾ ਵੀ ਉਹ ਤੇ ਲਾਉਣ ਵਾਲਾ ਵੀ ਉਹ ਆਪ ਹੀ ਆ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਅੱਗੇ ਤੇ ਭਾਈ ਹੱਥ ਹੀ ਜੋੜਨੇ ਚਾਹੀਦੇ, ਨਮਸਕਾਰ ਹੀ ਕਰਨੀ ਚਾਹੀਦੀ। ਐਵੇਂ ਮਾਣ ਮੂਣ ਜਿਹਾ ਨਹੀਂ ਕਰਨਾ ਚਾਹੀਦਾ ਪਦਵੀਆਂ ਦਾ। ਕੋਈ ਪਤਾ ਨਹੀਂ ਕਿਹੜੇ ਵੇਲੇ ਲਾ ਕੇ ਪਰਾਂ ਸੁੱਟ ਦੇਣਾ ਉਹਨੇ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਇੱਕ ਬਚਨ ਆਉਂਦਾ ਨਾ ਵੀ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਵੀ ਉਹਦੇ ਨਚਾਰਾ ਤੇ ਕੋਈ ਚੱਲ ਨਹੀਂ ਸਕਦਾ, ਤੇ ਇਸ ਕਰਕੇ ਉਹਦੇ ਅੱਗੇ ਤੇ ਨਮਸਕਾਰ ਹੀ ਕਰਨੀ ਚਾਹੀਦੀ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਉਹ ਬਹੁਤ ਵੱਡਾ ਸਮਰੱਥਾ ਵਾਲਾ ਹੈ। ਖਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਜਹ ਤਾਕੋ ਵਿਵਹਾਰੇ। ਉਹਦੇ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਐਸੀ ਉਹ ਸਮਰੱਥਾ ਵਾਲਾ ਹਰੀ ਜੀ ਉਹ ਪਰਮੇਸ਼ਰ ਆਪ ਹੈ। ਨਿਮਖ ਨ ਬਿਸਰੈ ਜੀ ਭਗਤਨ ਕੈ। ਤੇ ਐਸੀ ਸਮਰੱਥਾ ਵਾਲਾ ਜੋ ਪਰਮੇਸ਼ਰ ਹੈ ਨਾ, ਉਹ ਨਿਮਖ ਮਾਤਰ ਵੀ ਭਗਤਾਂ ਦੇ ਜੀ ਵਿੱਚੋਂ ਨਹੀਂ ਵਿਸਰਦਾ ਹੈ, ਭਗਤਾਂ ਦੇ ਹਿਰਦੇ 'ਚੋਂ ਨਹੀਂ ਭੁੱਲਦਾ ਹੈ। ਨਿਮਖ ਨਾਮ ਹੈ ਅੱਖ ਝਮਕਣ ਜਿੰਨਾ ਸਮਾਂ ਹੈ, ਬਹੁਤ ਘੱਟ ਸਮੇਂ ਦਾ ਨਾਮ ਨਿਮਖ ਹੈ। ਤਾਂ ਥੋੜ੍ਹਾ ਜਿੰਨਾ ਸਮਾਂ ਵੀ ਉਹ ਭਗਤਾਂ ਦੇ ਅੰਦਰੋਂ ਭੁੱਲਦਾ ਨਹੀਂ ਹੈ, ਭਗਤਾਂ ਦੇ ਹਿਰਦੇ ਵਿੱਚੋਂ ਵਿਸਰਦਾ ਨਹੀਂ। ਭਗਤ ਹਰ ਵੇਲੇ ਉਹਦੇ ਨਾਲ ਜੁੜੇ ਰਹਿੰਦੇ ਹਨ। ਆਠ ਪਹਿਰ ਮਨ ਤਾਕੋ ਜਾਪ। ਮਹਾਰਾਜ ਕਹਿੰਦੇ ਹੇ ਮਨਾ, ਤੂੰ ਵੀ ਅੱਠੇ ਪੈਰ ਉਸ ਵਾਹਿਗੁਰੂ ਨੂੰ ਜਪ ਜਿਹੜਾ ਪਰਮੇਸ਼ਰ ਭਗਤਾਂ ਦੇ ਹਿਰਦੇ ਵਿੱਚੋਂ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਨਹੀਂ ਵਿਸਰਦਾ। ਭਗਤ ਉਹਨੂੰ ਕਦੀ ਵੀ ਨਹੀਂ ਵਿਸਾਰਦੇ, ਕਦੀ ਵੀ ਨਹੀਂ ਭੁਲਾਉਂਦੇ। ਤਾਂ ਹੀ ਉਹਨਾਂ ਨੂੰ ਭਗਤ ਕਿਹਾ ਜਾਂਦਾ, ਜਿਨ੍ਹਾਂ ਦੇ ਅੰਦਰ ਭਾਵਨਾ ਹੈ ਭਗਤੀ ਦੀ, ਭਾਵਨਾ ਹੈ ਉਸ ਪਰਮੇਸ਼ਰ ਵਾਹਿਗੁਰੂ ਜੀ। ਅਤੇ ਉਹਨਾਂ ਫਿਰ ਭਗਤਾਂ ਦੀ ਚਾਲ ਨਿਰਾਲੀ ਹੁੰਦੀ ਸੰਸਾਰ ਦੇ ਨਾਲੋਂ। ਤਾਂ ਹੀ ਉਹਨਾਂ ਦਾ ਜੋੜ ਜਿਹਾ ਨਹੀਂ ਬੈਠਦਾ ਸੰਸਾਰ ਦੇ ਨਾਲ। ਸੰਸਾਰ ਦੇ ਜੀਵ ਕਿਤੇ ਭੁੱਲ ਭੁਲੇਖੇ ਚੇਤੇ ਕਰਦੇ ਆ, ਅਤੇ ਉਹਨਾਂ ਨੂੰ ਕਿਤੇ ਭੁੱਲ ਭੁਲੇਖੇ ਵਿਸਰਦਾ ਨਹੀਂ ਗਾ। ਤਾਂ ਹੀ ਮਹਾਰਾਜ ਨੇ ਆਖਿਆ ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਤਾਲਮੇਲ ਬਹਿੰਦਾ ਨਹੀਂ, ਕਿਉਂਕਿ ਤਾਲਮੇਲ ਉਹਦੇ ਨਾਲ ਬਹਿੰਦਾ ਹੈ ਜਿਹੜਾ ਬਰਾਬਰ ਦਾ ਹੋਵੇ, ਇੱਕੋ ਜਿਹਾ ਹੋਵੇ। ਇਸ ਕਰਕੇ ਤਾਂ ਹੀ ਮਹਾਰਾਜ ਨੇ ਆਖਿਆ, ਤੀਜੇ ਮਹਾਰਾਜ ਨੇ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ।
ਇਹ ਬਿਖਮ ਮਾਰਗ ਹੈ ਵੀ ਉਹਨਾਂ ਨੂੰ ਨਿਮਕ ਮਾਤਰ ਵਿਸਰਦਾ ਹੀ ਨਹੀਂ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ, ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੇ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਆ ਗਏ ਜਦੋਂ ਖਾਲਸੇ ਦੀ ਸਾਜਨਾ ਹੋਈ ਸੀ। ਕਹਿੰਦੇ ਮਹਾਰਾਜ ਵੀ ਤੁਸੀਂ ਖਾਲਸੇ ਦੀ ਸਾਜਨਾ ਕਰ ਦਿੱਤੀ ਆ, ਸਾਡੀ ਤੇ ਰੋਜੀ ਰੋਟੀ ਬੰਦ ਹੁੰਦੀ ਜਾਂਦੀ ਆ। ਅੱਗੇ ਲੋਕੀ ਸਾਨੂੰ ਘਰਾਂ 'ਚ ਸੱਦਦੇ ਸੀ ਤੇ ਸਾਨੂੰ ਕੋਈ ਦਾਨ ਦਸ਼ਨਾ ਦਿੰਦੇ ਸੀ, ਸਾਡੀ ਪੂਜਾ ਪਾਜਾ ਕਰਦੇ, ਹੁਣ ਤੇ ਘਟਦੀ ਜਾਂਦੀ ਸਾਡੀ ਪੂਜਾ, ਸਾਡਾ ਕੋਈ ਬੰਦੋਬਸਤ ਕਰੋ। ਤੇ ਮਹਾਰਾਜ ਕਹਿੰਦੇ ਕੀ ਹੋ ਗਿਆ ਤੁਹਾਨੂੰ? ਤੇ ਸਤਿਗੁਰੂ ਕਹਿੰਦੇ ਵੀ ਨਾਮ ਜਪੋ ਭਾਈ, ਨਾਮ। ਤੁਹਾਨੂੰ ਵਧੀਆ ਪ੍ਰਸ਼ਾਦਾ ਪਾਣੀ ਛਕਾਵਾਂਗੇ, ਖੰਡ ਘਿਓ ਨਾਲ ਪ੍ਰਸ਼ਾਦੇ ਛਕਾਵਾਂਗੇ, ਤੇ ਨਾਲੇ ਤੁਹਾਨੂੰ ਮਾਇਆ ਵੀ ਦੇਵਾਂਗੇ, ਤੁਹਾਡੀ ਸੇਵਾ ਵੀ ਕਰਾਂਗੇ। ਤੇ ਭਾਈ ਆਲਮ ਸਿੰਘ ਦੀ ਸੇਵਾ ਲਾ ਦਿੱਤੀ ਤੇ ਉਹਨਾਂ ਨੂੰ ਸਾਰਿਆਂ ਨੂੰ ਚੌਂਕੜੇ ਮਰਵਾ ਕੇ ਬਹਾ ਦਿੱਤਾ। ਕਹਿੰਦੇ 8 ਘੰਟੇ ਜਪਣਾ ਭਾਈ, 8 ਘੰਟੇ ਨਾਮ ਜਪਣਾ, ਚੌਂਕੜੇ ਲਾਓ। ਥੋੜਾ ਜਿਹਾ ਚਿਰ ਹੋਇਆ ਤੇ ਇੱਧਰ ਉੱਧਰ ਪਾਸੇ ਜੇ ਮਾਰਨ ਲੱਗ ਪਏ। ਨਾਮ ਜਪਣਾ ਕੋਈ ਸੌਖਾ ਹੀ ਆ? ਕਹਿ ਹੀ ਦਿੱਤਾ ਜਾਂਦਾ ਵੀ ਸੌਖਾ ਵਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਮੈਂ ਤਾਂ ਆਖਦਾ ਵਾਂ ਤੇ ਜਿਉਂਦਾ ਵਾਂ, ਜੇ ਨਾਮ ਵਿਸਰ ਜਾਂਦਾ ਤੇ ਮੌਤ ਹੁੰਦੀ ਹੈ। ਇਹ ਬਚਨ ਮਹਾਰਾਜ ਸਾਹਿਬ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਉਚਾਰਿਆ ਸੀ। ਤੇ ਧੰਨ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪੁੱਤਰ ਤੂੰ ਕਹਿੰਦਾ ਮੈਂ ਆਖਦਾ ਤੇ ਜਿਉਣਾ ਵਾਂ, ਜੇ ਵਿਸਰ ਜਾਂਦਾ ਨਾਮ ਤੇ ਮਰਦਾ ਹਾਂ, ਤੇ ਬਾਕੀ ਦੁਨੀਆ ਤੇ ਕੋਈ ਨਹੀਂ ਜਪਦੀ ਤੇ ਉਹ ਕਿਵੇਂ ਤੁਰੇ ਫਿਰਦੀ? ਤੇ ਮਹਾਰਾਜ ਕਹਿੰਦੇ ਮਾਤਾ ਜੀ ਇਹ ਸੌਖਾ ਥੋੜ੍ਹਾ ਜਪਣਾ, ਕਿਤੇ ਔਖਾ ਵੀ ਆ, ਸਾਰੇ ਨਹੀਂ ਜਪਦੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸੌਖਾ ਨਹੀਂ ਹੈ। ਬੰਦਾ ਗੱਲਾਂ ਕਰਦਿਆਂ ਨਹੀਂ ਥੱਕਦਾ ਤੇ ਨਾਮ ਜਪਦਿਆਂ 5-7 ਮਿੰਟ ਹੀ ਹੋਣ ਤੇ ਔਖਾ ਜਿਹਾ ਹੋਣ ਲੱਗ ਪੈਂਦਾ, ਸੱਜੇ ਖੱਬੇ ਵੇਖਣ ਲੱਗ ਪੈਂਦਾ, ਘੜੀ ਵਾਲੇ ਪਾਸੇ ਵੇਖਣ ਲੱਗ ਪੈਂਦਾ। ਉਹ ਜਦੋਂ ਪਹਿਲਾ ਹੀ ਦਿਨ ਹੋਇਆ ਪੰਡਤ ਜੀ ਬੈਠੇ ਨਾ, ਥੋੜਾ ਚਿਰ ਹੋਇਆ ਤੇ ਔਖੇ ਜਿਹੇ ਹੋ ਗਏ। ਹੁਣ ਕਿਹੜਾ ਇੰਨਾ ਚਿਰ ਜਪੇ, ਔਖੇ ਸੌਖੇ ਉਹਨਾਂ ਨੇ 8 ਘੰਟੇ ਕੱਢੇ ਤਾਂ ਸਹੀ। ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਇਹਨਾਂ ਨੂੰ ਵਧੀਆ ਪ੍ਰਸ਼ਾਦਾ ਪਾਣੀ ਛਕਾਓ ਖੰਡ ਘਿਓ ਦੇ ਨਾਲ, ਮੋਹਰਾਂ ਵੀ ਦਿੱਤੀਆਂ ਸੋਨੇ ਦੀਆਂ। ਪਰ ਉਹ ਕਹਿਣ ਲੱਗੇ ਮਹਾਰਾਜ ਵੀ ਸਾਡੇ ਤੋਂ ਨਹੀਂ ਇਹ ਕੰਮ ਹੋਣਾ, ਅਸੀਂ ਤੇ ਵਿਹਲੇ ਰਹਿਣ ਗਿੱਝੇ ਆ। ਲੋਕਾਂ ਨੂੰ ਜਾ ਕਰਕੇ ਥੋੜ੍ਹੇ ਬਹੁਤੇ ਵਹਿਮ ਭਰਮ ਜੇ ਪਾ ਦਈਦੇ ਆ ਵੀ ਕਿਸੇ ਨੂੰ ਆਖ ਦਈਦਾ ਤੇਰੇ ਤੇ ਸ਼ਨੀਸ਼ਰ ਚੜ੍ਹਿਆ, ਸ਼ਨੀ ਦੇਵ ਚੜ੍ਹਿਆ, ਕਿਸੇ ਨੂੰ ਕਹਿ ਦਈਦਾ ਵੀ ਤੇਰੇ ਉੱਤੇ ਸਾੜ ਸਤੀ ਆ, ਕਿਸੇ ਨੂੰ ਕਹਿ ਦਈਦਾ ਤੇਰੇ ਉੱਤੇ ਰਾਹੂ ਕੇਤੂ ਦਾ ਕੰਮ ਆ, ਰਾਹੂ ਕੇਤੂ ਦਾ ਪਹਿਰਾ ਵਾ। ਸਾਡੀ ਤੇ ਮਹਾਰਾਜ ਇਹੋ ਹੀ ਖੇਤੀ ਆ, ਇਹੋ ਹੀ ਬਲਦ ਵਾ। ਕਿਸੇ ਦੀ ਪੱਤਰੀ ਖੋਲ ਦਈਦੀ ਆ, ਉਹ ਦੇ ਜਾਂਦਾ 1100। ਇਸ ਕਰਕੇ ਸਾਡੇ ਤੋਂ ਨਹੀਂ ਨਾਮ ਜਪਿਆ ਜਾਣਾ, ਇਹ ਬੜਾ ਔਖਾ ਕੰਮ। ਤੇ ਉਹ ਬਚਨ ਆਉਂਦਾ ਵਾ, ਮਹਾਂਪੁਰਖਾਂ ਨੇ ਲਿਖਿਆ, ਕਹਿਣ ਲੱਗੇ ਪੰਡਤ ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸੇਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ ਮਾਰ ਲਿਆਵੇ ਛੇਤੀ। ਕਹਿੰਦੇ ਸਾਡਾ ਤੇ ਆਹ ਕੁਝ ਵਾ, ਸਾਡੇ ਰਾਹੂ ਕੇਤੂ ਬਲਦ ਵਾ, ਅਸੀਂ ਇਹਨਾਂ ਨਾਲ ਹੀ ਖੇਤੀ ਕਰਦੇ ਆ। ਜਿਹੜਾ ਆਉਂਦਾ ਉਹਨੂੰ ਕਿਸੇ ਨੂੰ ਰਾਹੂ ਕਹਿ ਦਈਦਾ, ਕਿਸੇ ਨੂੰ ਕੇਤੂ ਕਹਿ ਦਈਦਾ, ਕਿਸੇ ਨੂੰ ਕਹਿ ਦਈਦਾ ਤੇਰੇ ਤੇ ਸ਼ਨੀ ਦੇਵ ਆ। ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ। ਤੇ ਪੱਤਰੀ ਖੋਲ ਦਈਦੀ ਕਿਸੇ ਦੀ, ਇਹ ਬੜੀ ਸ਼ਿਕਾਰ ਲਿਆਉਂਦੀ ਮਾਰ ਮਾਰ ਕੇ, ਇਹ ਬੜੀ ਸ਼ਿਕਾਰਨ ਵਾ, ਮਾਰ ਲਿਆਵੇ ਛੇਤੀ। ਤੇ ਮਹਾਰਾਜ ਕਹਿੰਦੇ ਪੰਡਤੋ ਹੁਣ ਸਾਡੇ ਸਿੰਘਾਂ ਦੇ ਉੱਤੇ ਨਹੀਂ ਤੁਹਾਡਾ ਕੰਮ ਚੱਲਣਾ, ਇਹਨਾਂ ਨੂੰ ਅਸੀਂ ਬਾਣੀ ਨਾਲ ਜੋੜ ਦਿੱਤਾ। ਤੇ ਜੇ ਤੇ ਇੱਧਰ ਆਓਗੇ ਤੇ ਫਿਰ ਆਦਰ ਮਾਣ ਇਸ ਤਰ੍ਹਾਂ ਦੇਵਾਂਗੇ, ਨਾਮ ਜਪੋਗੇ ਤਾਂ ਇਸ ਤਰੀਕੇ ਦੇ ਨਾਲ। ਸਾਧ ਸੰਗਤ ਜੀ ਨਾਮ ਜਪਣਾ ਕੋਈ ਸੌਖਾ ਨਹੀਂ। ਇਹ ਗੁਰੂ ਸਾਹਿਬ ਜੀ ਕਿਰਪਾ ਕਰਨ, ਉਂਝ ਵੀ ਬਾਹਰੀ ਤੌਰ ਤੇ ਵੀ, ਪਰ ਜਿਸ ਵੇਲੇ ਜਿਹੜਾ ਇੱਧਰ ਲੱਗ ਪੈਂਦਾ ਉਹਦੇ ਤੇ ਫਿਰ ਮਹਾਰਾਜ ਦੀ ਕਿਰਪਾ ਵੀ ਹੁੰਦੀ ਹੈ। ਸਤਿਗੁਰੂ ਜੀ ਮੇਰੇ ਉਦਮ ਬਲ ਉਤਸ਼ਾਹ ਵੀ ਬਖਸ਼ਿਸ਼ ਕਰਦੇ ਹਨ। ਤਾਂ ਇੱਥੇ ਮਹਾਰਾਜ ਸਾਹਿਬ ਜੀ ਫਰਮਾ ਰਹੇ ਆ ਵੀ ਭਗਤਾਂ ਦੇ ਹਿਰਦੇ ਵਿੱਚੋਂ ਅੱਠੇ ਪੈਰ ਨਹੀਂ ਭੁੱਲਦਾ। ਆਮ ਆਪਾਂ ਸੰਸਾਰੀ ਜੀਵ ਜਿਹੜੇ ਅਸੀਂ ਚੇਤੇ ਨਹੀਂ ਕਰਦੇ, ਸਾਨੂੰ ਤਾਂ ਭੁੱਲਿਆ ਹੀ ਰਹਿੰਦਾ ਹੈ। ਪਰ ਜਿਹੜੇ ਭਗਤੀ ਕਰਨ ਵਾਲੇ ਉਹ ਅੱਠੇ ਪੈਰ ਹੀ ਚੇਤੇ ਕਰਦੇ ਆ, ਉਹ ਦਮ ਦਮ ਹੀ ਚੇਤੇ ਕਰਦੇ ਆ। ਉਹਨਾਂ ਨੂੰ ਗੁਰਬਾਣੀ 'ਚ ਆਖਿਆ ਉਹ ਸਾਸ ਗਿਰਾਸੀ ਚੇਤੇ ਕਰਦੇ ਆ। ਉਹਨਾਂ ਨੂੰ ਭਗਤ ਆਖਿਆ, ਉਹਨਾਂ ਨੂੰ ਸੰਤ ਆਖਿਆ, ਉਹਨਾਂ ਨੂੰ ਮਹਾਂਪੁਰਖ ਆਖਿਆ, ਉਹਨਾਂ ਨੂੰ ਗੁਰਮੁਖ ਆਖਿਆ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਪ੍ਰਭੂ ਦੇ ਪਿਆਰੇ ਸੰਤ ਵਾ। ਤੇ ਅਸੀਂ ਸੰਸਾਰੀ ਜਿਹੜੇ, ਸਾਨੂੰ ਨਾਮ ਤਾਂ ਨਹੀਂ ਦਮ ਦਮ ਚੇਤੇ ਆਉਂਦਾ, ਨਾਮ ਤੇ ਉਹਨਾਂ ਗੁਰਮੁਖਾਂ ਨੂੰ ਆਉਂਦਾ ਵੀ
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੇ ਸੰਸਾਰੀਆਂ ਦੀ ਜੀ ਹਾਲਤ ਕਥਨ ਕਰਦਿਆਂ ਗੁਰੂ ਜੀ ਨੇ ਆਖਿਆ, ਇਹਨਾਂ ਨੂੰ ਦਮ ਦਮ ਮਾਇਆ ਨਹੀਂ ਭੁੱਲਦੀ। ਇਹਨਾਂ ਨੂੰ ਨਾਮ ਤਾਂ ਨਹੀਂ ਦਮ ਦਮ ਚੇਤੇ ਆਉਂਦਾ, ਪਰ ਮਾਇਆ ਮਨਹੁ ਨਾ ਵੀਸਰੈ, ਮੰਗੈ ਦਮਾ ਦਮ। ਇਹ ਦਮ ਦਮ ਮਾਇਆ ਹੀ ਮੰਗੀ ਜਾਂਦੇ ਆ। ਜਪਜੀ ਸਾਹਿਬ ਪੜ੍ਹਦਿਆਂ ਵੀ ਮਾਇਆ ਦੀ ਅਰਦਾਸ ਕਰਦੇ ਵੀ ਮਹਾਰਾਜ ਮਾਇਆ ਬਹੁਤੀ ਆ ਜਾਵੇ। ਸੋ ਇਸ ਕਰਕੇ ਭਗਤਾਂ ਦੇ ਗੱਲ ਕਰਦਿਆਂ ਮਹਾਰਾਜ ਨੇ ਆਖਿਆ, ਭਗਤਾਂ ਨੂੰ ਇੱਕ ਨਿਮਖ ਮਾਤਰ ਵੀ ਮਨ ਚੋਂ ਨਾਮ ਨਹੀਂ ਭੁੱਲਦਾ, ਪਰਮੇਸ਼ਰ ਨਹੀਂ ਭੁੱਲਦਾ। ਹੇ ਮੇਰੇ ਮਨਾ, ਉਹਨਾਂ ਭਗਤਾਂ ਵੱਲੇ ਵੇਖ ਕਰਕੇ ਤੂੰ ਵੀ ਅੱਠੇ ਪੈਰ ਜਪਿਆ ਕਰ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਪ੍ਰਥਮੇ ਮਾਖਣ ਪਾਛੈ ਦੂਧ। ਆਮ ਤੇ ਆਪਾਂ ਵੇਖਦੇ ਆ ਨਾ ਵੀ ਪਹਿਲਾਂ ਦੁੱਧ ਚੋਈਦਾ ਵਾ ਮੱਝਾਂ ਦਾ, ਗਾਵਾਂ ਦਾ, ਤੇ ਉਹ ਦੁੱਧ ਤੋਂ ਫਿਰ ਉਹਨੂੰ ਗਰਮ ਕੀਤਾ ਜਾਂਦਾ ਹੈ, ਉਹਨੂੰ ਜਾਗ ਲਾਈ ਜਾਂਦੀ ਹੈ, ਉਹਦਾ ਦਹੀਂ ਜਮਾਇਆ ਜਾਂਦਾ ਹੈ, ਫਿਰ ਉਹਨੂੰ ਰਿੜਕਿਆ ਜਾਂਦਾ ਹੈ, ਫਿਰ ਉਹਦੇ ਚੋਂ ਮੱਖਣ ਕੱਢਿਆ ਜਾਂਦਾ ਹੈ। ਪਹਿਲਾਂ ਦੁੱਧ ਤੇ ਫਿਰ ਮੱਖਣ ਪੈਦਾ ਹੁੰਦਾ ਨਾ ਉਹਦੇ ਵਿੱਚੋਂ। ਪ੍ਰਥਮੇ ਮਾਖਣ ਪਾਛੈ ਦੂਧ। ਇੱਥੇ ਮਹਾਰਾਜ ਕਹਿੰਦੇ ਵੀ ਪਹਿਲਾਂ ਉਹਨੇ ਮੱਖਣ ਪੈਦਾ ਕੀਤਾ ਤੇ ਦੁੱਧ ਪਿੱਛੋਂ ਪੈਦਾ ਕੀਤਾ ਹੈ। ਜਿਹੜਾ ਮੱਖਣ ਹੈ ਨਾ, ਉਹਨੂੰ ਪਹਿਲਾਂ ਪੈਦਾ ਕੀਤਾ ਹੈ, ਫਿਰ ਸਮੇਂ ਦੇ ਨਾਲ ਉਹ ਪਰਮੇਸ਼ਰ ਦੀ ਕਲਾ ਹੈ ਵੀ ਉਹ ਮੱਖਣ ਨੂੰ ਖੋਰ ਖੋਰ ਕੇ ਤੇ ਉਹ ਦੁੱਧ ਬਣਾ ਦਿੰਦਾ ਹੈ, ਤੇ ਫਿਰ ਆਪਾਂ ਦੁੱਧ ਉਹ ਪ੍ਰਾਪਤ ਕਰਦੇ ਹਾਂ ਸੰਸਾਰ ਦੇ ਜੀਵ। ਤੇ ਦੁੱਧ ਦੇ ਵਿੱਚ ਉਹਨੇ ਮੱਖਣ ਪਹਿਲਾਂ ਰੱਖਿਆ ਹੋਇਆ ਹੈ, ਇਸ ਕਰਕੇ ਬਾਅਦ ਵਿੱਚ ਸਾਨੂੰ ਉਹਦੇ ਚੋਂ ਮਿਲਦਾ। ਜੇ ਉਹਨੇ ਪਹਿਲਾਂ ਨਾ ਪਾਇਆ ਹੋਵੇ ਤੇ ਬਾਅਦ ਚੋਂ ਕਿਵੇਂ ਮਿਲੇ। ਇਹ ਲੰਮੀ ਵਿਆਖਿਆ ਇਹਨਾਂ ਪਵਿੱਤਰ ਪੰਕਤੀਆਂ ਦੀ। ਜਿਵੇਂ ਬੱਚੇ ਦਾ ਜਨਮ ਜਿਸ ਮੌਕੇ ਤੇ ਹੁੰਦਾ ਹੈ, ਉਸ ਵੇਲੇ ਮਾਤਾ ਦੇ ਪਾਸੋਂ ਬੱਚੇ ਨੂੰ ਦੁੱਧ ਪ੍ਰਾਪਤ ਹੁੰਦਾ ਪੀਣ ਵਾਸਤੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੁੱਧ ਪ੍ਰਾਪਤ ਹੁੰਦਾ ਹੈ, ਉਸੇ ਵੇਲੇ ਉਹਨੂੰ ਦੁੱਧ ਪ੍ਰਾਪਤ ਹੁੰਦਾ ਹੈ ਬੱਚੇ ਦਾ ਜਿਸ ਵੇਲੇ ਜਨਮ ਹੁੰਦਾ ਹੈ। ਪਰ ਉਸ ਤੋਂ ਪਹਿਲਾਂ ਉਹ ਮੱਖਣ ਦੇ ਰੂਪ ਦੇ ਵਿੱਚ ਰੱਖਿਆ ਹੋਇਆ ਪਰਮੇਸ਼ਰ ਨੇ ਮਾਤਾ ਦੇ ਕੋਲੇ। ਪਹਿਲਾਂ ਉਹਨੂੰ ਜਮਾਇਆ ਹੋਇਆ ਹੈ, ਮੱਖਣ ਦੇ ਰੂਪ ਦੇ ਵਿੱਚ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਹੀ ਬਾਕੀ ਜੁਨੀਆਂ ਵਿੱਚ ਵੀ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਉਹ ਪਰਮੇਸ਼ਰ ਕੈਸਾ ਸਮਰੱਥਾ ਵਾਲਾ ਹੈ ਵੀ ਉਹ ਦੁੱਧ ਜਿਹੜਾ ਹੈ ਉਹ ਪਹਿਲਾਂ ਨਹੀਂ ਪ੍ਰਾਪਤ ਹੁੰਦਾ ਹੈ। ਦੁੱਧ ਉਹ ਬਾਅਦ ਵਿੱਚ ਹੀ, ਪਹਿਲਾਂ ਉਹ ਮੱਖਣ ਦੇ ਰੂਪ ਦੇ ਵਿੱਚ ਉਹਨੇ ਰੱਖ ਦਿੱਤਾ ਹੈ, ਜਾਂ ਇਸੇ ਤਰ੍ਹਾਂ ਦੁੱਧ ਦੇ ਵਿੱਚ ਉਹਨੇ ਮੱਖਣ ਪਹਿਲਾਂ ਹੀ ਪਾ ਕੇ ਰੱਖਿਆ ਹੋਇਆ ਹੈ। ਤਾਂ ਐਸਾ ਵੀ ਬਚਨ ਕੀਤਾ ਹੈ ਵੀ ਜਿਹੜਾ ਮੱਖਣ ਤੋਂ ਭਾਵ ਹੈ ਨਿਚੋੜ ਹੈ ਨਾ ਦੁੱਧ ਦਾ ਨਿਚੋੜ ਹੈ, ਦੁੱਧ ਦਾ ਤੱਤ ਹੈ ਮੱਖਣ। ਤਾਂ ਇਹ ਸੰਸਾਰ ਜਿਹੜਾ ਇਹ ਦੁੱਧ ਦੀ ਨਿਆਈ ਹੈ, ਮੱਖਣ ਦੀ ਨਿਆਈ ਉਹ ਪਰਮੇਸ਼ਰ ਆਪ ਹੈ, ਵਾਹਿਗੁਰੂ ਆਪ ਹੈ। ਪ੍ਰਥਮੇ ਮਾਖਣ ਪਾਛੈ ਦੂਧ। ਇਹ ਸੰਸਾਰ ਰੂਪੀ ਦੁੱਧ ਉਹਨੇ ਪਿੱਛੋਂ ਪੈਦਾ ਕੀਤਾ ਹੈ, ਇਹਦੇ ਤੋਂ ਪਹਿਲਾਂ ਮੱਖਣ ਰੂਪ ਤੱਤ ਰੂਪ ਪ੍ਰਥਮੇ ਪਰਮੇਸ਼ਰ ਆਪ ਪਹਿਲਾਂ ਹੈ। ਆਪ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਹੈ, ਤੇ ਆਪਣੇ ਤੋਂ ਉਹਨੇ ਇਹ ਜਿਹੜਾ ਦੁੱਧ ਰੂਪੀ ਸੰਸਾਰ ਹੈ ਬਾਅਦ ਵਿੱਚ ਪੈਦਾ ਕੀਤਾ ਹੈ। ਮੈਲੋ ਕੀਨੋ ਸਾਬਨ ਸੂਦ। ਤੇ ਮਾਤਾ ਦਾ ਜਿਹੜਾ ਖੂਨ ਹੈ ਉਸ ਖੂਨ ਤੋਂ ਹੀ ਦੁੱਧ ਬਣਦਾ ਹੈ। ਖੂਨ ਤੋਂ ਹੀ ਅੱਗੇ ਦੁੱਧ ਦੀ ਪੈਦਾਇਸ਼ ਹੁੰਦੀ ਹੈ। ਮਾਤਾ ਚਾਹੇ ਇਨਸਾਨ ਦੀ ਮਾਤਾ ਹੈ, ਚਾਹੇ ਜਾਨਵਰ ਦੀ ਮਾਤਾ ਹੈ। ਮਾਤਾ ਦਾ ਜਿਹੜਾ ਖੂਨ ਹੈ ਉਹ ਖੂਨ ਜਿਹੜਾ ਮੈਲਾ ਹੈ, ਮੈਲੂ ਕੀਨੋ ਸਾਬਣ ਸੂਧ। ਜਿਵੇਂ ਸਾਬਣ ਹੈ ਨਾ ਸੁੱਧ, ਇਸ ਤਰੀਕੇ ਦੇ ਨਾਲ ਉਹ ਮੈਲੇ ਖੂਨ ਤੋਂ ਹੀ ਉਹ ਪਰਮੇਸ਼ਰ ਨੇ ਅੱਗੇ ਦੁੱਧ ਬਣਾ ਦਿੱਤਾ ਹੈ। ਨਿਰਭਉ ਡਰਦਾ ਫਿਰੈ। ਤੇ ਸਾਬਣ ਦੀ ਤਰ੍ਹਾਂ ਉਹਨੇ ਸੁੱਧ ਕਰ ਦਿੱਤਾ। ਮੈਲੂ ਕੀਨੋ ਸਾਬਣ ਸੂਧ। ਜਿਵੇਂ ਸਾਬਣ ਹੈ ਨਾ, ਸਾਬਣ ਕਿਸੇ ਚੀਜ਼ ਨੂੰ ਧੋ ਕੇ ਸੁੱਧ ਕਰ ਦਿੰਦਾ, ਇਸੇ ਤਰ੍ਹਾਂ ਉਹਨੇ ਮੈਲੇ ਖੂਨ ਤੋਂ ਸੁੱਧ ਜਿਹੜਾ ਇਹ ਦੁੱਧ ਬਣਾ ਦਿੱਤਾ ਹੈ। ਅੱਗੇ ਮਹਾਰਾਜ ਕਹਿੰਦੇ ਭੈ ਤੇ ਨਿਰਭਉ ਡਰਤਾ ਫਿਰੈ। ਇਹ ਜਿਹੜਾ ਜੀਵ ਹੈ ਨਾ, ਇਹ ਨਿਰਭਉ ਦੀ ਅੰਸ਼ ਹੈ। ਨਿਰਭਉ ਦਾ ਪੈਦਾ ਕੀਤਾ ਹੋਇਆ, ਪਰਮੇਸ਼ਰ ਦਾ ਪੈਦਾ ਕੀਤਾ ਹੋਇਆ। ਕਹੋ ਕਬੀਰ ਇਹੋ ਰਾਮ ਕੀ ਅੰਸ਼। ਤੇ ਇਹ ਨਿਰਭਉ ਤੋਂ ਪੈਦਾ ਹੋਇਆ ਜੀਵ, ਪਰ ਸੰਸਾਰ ਦੇ ਭੈ ਦੇ ਵਿੱਚ ਇਹ ਡਰਦਾ ਫਿਰਦਾ ਹੈ। ਕੈਸੀ ਅਸਚਰਜ ਖੇਡ ਹੈ। ਇਹ ਵੀ ਉਸੇ ਪਰਮੇਸ਼ਰ ਦੀ ਖੇਡ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸੇ। ਰਾਮ ਦੀ ਅੰਸ਼ ਨਿਰਭਉ ਦਾ ਪੈਦਾ ਕੀਤਾ ਹੋਇਆ ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਭੈ ਤੋਂ, ਡਰਾਂ ਤੋਂ ਇਹ ਡਰਦਾ ਫਿਰਦਾ ਹੈ। ਹੁੰਦੀ ਕੋ ਅਣਹੁੰਦੀ ਹਿਰੈ।
ਅਣਹੋਂਦੀ ਜਿਹੜੀ ਹੋਂਦ ਵਾਲੀ ਇਹ ਜੀਵ ਆਤਮਾ ਅਥਵਾ ਜਿੰਦ ਹੈ, ਜਿਹੜੀ ਹੋਂਦ ਵਾਲੀ ਜਿੰਦ ਹੈ ਤੇ ਜਿਸ ਦੀ ਹੋਂਦ ਕੋਈ ਨਹੀਂ ਹੈ, ਮਾਇਆ, ਇਹ ਮਾਇਆ ਇੱਕ ਛਾਇਆ ਰੂਪ। ਤਾਂ ਇਹ ਜਿਹੜੀ ਅਣਹੋਂਦੀ ਹੋਂਦ ਤੋਂ ਰਹਿਤ ਮਾਇਆ ਹੈ, ਹੋਂਦ ਵਾਲੀ ਜਿੰਦ ਨੂੰ ਹਿਰੇ ਚੁਰਾ ਰਹੀ ਹੈ, ਇਹ ਠੱਗ ਰਹੀ ਹੈ ਇਸ ਨੂੰ, ਇਹ ਠੱਗ ਰਹੀ ਹੈ ਇਸ ਨੂੰ, ਇਹ ਚੁਰਾ ਰਹੀ ਹੈ ਜਿੰਦ ਨੂੰ। ਦੇਹੀ ਗੁਪਤ ਵਿਦੇਹੀ ਦਿਸੈ। ਜਿਹੜਾ ਦੇਹੀ ਹੈ ਨਾ ਉਹ ਤਾਂ ਗੁਪਤ ਹੈ, ਤੇ ਜਿਹੜਾ ਵਿਦੇਹੀ ਹੈ ਉਹ ਦਿਸ ਰਿਹਾ ਹੈ। ਭਾਵ ਵਿਦੇਹੀ, ਦੇਹੀ ਤੋਂ ਭਾਵ ਹੈ ਜਿਹੜਾ ਦੇਹ ਦਾ ਮਾਲਕ ਹੈ। ਦੇਹ ਦਾ ਮਾਲਕ ਕੌਣ ਹੈ? ਆਤਮਾ, ਜੋ ਪਰਮਾਤਮਾ ਦੀ ਅੰਸ਼ ਹੈ। ਆਤਮਾ ਇਸ ਦੇਹ ਦੇ ਅੰਦਰ ਹੈ, ਜਿਸ ਨੂੰ ਰੂਹ ਵੀ ਕਹਿ ਦਿੰਦੇ ਹਾਂ, ਆਤਮਾ ਵੀ ਕਹਿ ਦਿੰਦੇ ਹਾਂ। ਗੁਰਬਾਣੀ 'ਚ ਹੰਸ ਵੀ ਆਖਿਆ ਹੈ ਵੀ ਹੰਸ ਨੇ ਉਡਾਰੀ ਮਾਰ ਜਾਣੀ ਵਿੱਚੋਂ, ਉਹ ਹੰਸ ਵੀ ਉਹਨੂੰ ਆਖਿਆ ਹੈ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਦੋਂ ਦਿਨ ਪੂਰੇ ਹੋ ਗਏ ਕਾਇਆ ਨਾਲ ਉਹ ਹੰਸ ਦਾ ਵਿਛੋੜਾ ਹੋ ਜਾਣਾ, ਉਹਨੂੰ ਹੰਸ ਵੀ ਆਖਿਆ। ਆਪਾਂ ਰੂਹ ਵੀ ਕਹਿ ਦਿੰਦੇ ਹਾਂ, ਆਤਮਾ ਵੀ ਆਖਿਆ। ਹੁਣ ਉਹ ਇਸ ਸਰੀਰ ਦਾ ਮਾਲਕ ਹੈ ਤੇ ਇਹਦੇ ਵਿੱਚ ਦੇਹੀ ਗੁਪਤ, ਉਹ ਗੁਪਤ ਹੈ, ਉਹ ਨਹੀਂ ਦਿਸਦਾ ਹੈ। ਤੇ ਜਿਹੜੀ ਇਹ ਦੇਹ, ਇਹ ਜਿਹੜੀ ਆਤਮਾ ਨਹੀਂ ਹੈ, ਇਹ ਵਿਦੇਹੀ, ਇਹ ਦਿਸ ਰਹੀ ਹੈ, ਸਰੀਰ ਦਿਸ ਰਿਹਾ ਹੈ, ਪਰ ਇਹ ਨਾਸਵਾਨ ਹੈ। ਸਗਲੇ ਸਾਜ ਕਰਤ ਜਗਦੀਸੈ। ਸਾਰਿਆਂ ਨੂੰ ਸਾਜਣ ਵਾਲਾ ਉਹ ਪਰਮੇਸ਼ਰ ਹੈ, ਸਾਰਿਆਂ ਨੂੰ ਸਾਜਦਾ ਹੈ ਤੇ ਸਭ ਕੁਝ ਕਰਤ ਕਰਦਾ ਹੈ। ਜਗਦੀਸ਼ਾ ਹੈ, ਜਗਤ ਦਾ ਈਸ਼ਵਰ। ਇਹ ਸਭ ਕੁਝ ਜਗਤ ਦੇ ਈਸ਼ਵਰ ਨੇ ਕੀਤਾ ਹੋਇਆ ਹੈ। ਸਾਰਿਆਂ ਨੂੰ ਸਾਜਿਆ ਵੀ ਉਹਨੇ ਹੈ, ਪੈਦਾ ਵੀ ਉਹਨੇ ਕੀਤਾ, ਸਭ ਦੀ ਪਾਲਣਾ ਵੀ ਜਗਤ ਦਾ ਈਸ਼ਵਰ ਹੀ ਕਰ ਰਿਹਾ ਹੈ। ਠੱਗਣਹਾਰ ਅਣ ਠੱਗਦਾ ਠੱਗੈ। ਠੱਗਣਹਾਰ ਹੈ ਮਾਇਆ, ਇਹਨੂੰ ਗੁਰਬਾਣੀ 'ਚ ਠੱਗਣੀ ਆਖਿਆ, ਇਹਨੂੰ ਸਰਪਣੀ ਆਖਿਆ, ਇਹਨੂੰ ਮੋਹਣੀ ਆਖਿਆ। ਕਈਆਂ ਲਫ਼ਜ਼ਾਂ ਦੇ ਨਾਲ ਮਹਾਰਾਜ ਨੇ ਮਾਇਆ ਦਾ ਜ਼ਿਕਰ ਕੀਤਾ ਹੈ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਐਸੇ ਬਚਨ ਕਹਿ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਠੱਗਣਹਾਰ ਹੈ ਮਾਇਆ। ਤੇ ਅਨਠੱਗ ਦਾ ਜਿਹੜਾ ਇਹ ਠੱਗਣ ਤੋਂ ਰਹਿਤ ਹੈ, ਉਹ ਹੈ ਇਹ ਜੀਵ। ਪਰ ਇਸ ਠੱਗਣ ਤੋਂ ਰਹਿਤ ਜੀਵ ਨੂੰ ਮਾਇਆ ਜਿਹੜੀ ਉਹ ਠੱਗ ਰਹੀ ਹੈ ਅਨੇਕ ਰੂਪਾਂ ਦੇ ਵਿੱਚ। ਕਿਤੇ ਜੜ ਮਾਇਆ ਹੋ ਕਰਕੇ ਇਹਦੇ 'ਤੇ ਪ੍ਰਭਾਵ ਪਾ ਰਹੀ ਹੈ, ਤੇ ਕਿਤੇ ਚੇਤਨ ਮਾਇਆ ਹੋ ਕਰਕੇ ਇਹਨੂੰ ਠੱਗ ਰਹੀ ਹੈ। ਕਈਆਂ ਰੂਪਾਂ ਦੇ ਵਿੱਚ ਇਸ ਨੂੰ ਠੱਗੀ ਜਾ ਰਹੀ ਹੈ। ਦਿਨ ਵਖਰ ਫੇਰ ਫੇਰ ਉੱਠ ਲਾਗੈ। ਔਰ ਇਹ ਜੀਵ ਆਇਆ ਤੇ ਸੀ ਵੱਖਰ ਲੈਣ ਵਾਸਤੇ, ਵੱਖਰ ਸੌਦਾ ਇਕੱਠਾ ਕਰਨ ਵਾਸਤੇ। ਸਵਾਸਾਂ ਰੂਪੀ ਪੂੰਜੀ ਦੇ ਨਾਲ ਇਹਨੇ ਨਾਮ ਰੂਪੀ ਵੱਖਰ ਇਕੱਠਾ ਕਰਨਾ ਸੀ, ਪਰ ਇਹ ਨਾਮ ਰੂਪੀ ਵੱਖਰ ਨੂੰ ਸੱਦ ਕੇ ਸਵਾਸਾਂ ਰੂਪੀ ਪੂੰਜੀ ਦੇ ਨਾਲ ਮਾਇਆ ਰੂਪੀ ਵੱਖਰ ਦੇ ਪਿੱਛੇ ਹੀ ਫਿਰ ਉੱਠ ਲੱਗ ਗਏ। ਫਿਰ ਦੁਬਾਰਾ ਉੱਠ ਕੇ ਲੱਗਾ ਹੀ ਫਿਰਦਾ, ਭੱਜਾ ਹੀ ਫਿਰਦਾ ਹੈ ਮਾਇਆ ਦੇ ਵਿੱਚ। ਮਹਾਰਾਜ ਸਾਹਿਬ ਨੇ ਆਖਿਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ। ਉਹ ਰਾਮ ਦਾ ਨਾਮ ਆ, ਪਰਮੇਸ਼ਰ ਦਾ ਨਾਮ ਆ, ਜਿਹਨੂੰ ਲੈਣ ਵਾਸਤੇ ਤੂੰ ਮਨੁੱਖਾ ਜਨਮ ਧਾਰ ਕੇ ਆਇਆ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਉਹ ਸੰਤਾਂ ਦੇ ਪਾਸੋਂ ਤੈਨੂੰ ਪ੍ਰਾਪਤ ਹੋਵੇਗਾ, ਨਾਮ ਜਪਣ ਵਾਲਿਆਂ ਦੇ ਪਾਸੋਂ ਪ੍ਰਾਪਤ ਹੋਵੇਗਾ, ਗੁਰਮੁਖਾਂ ਕੋਲੋਂ। ਤਾਂ ਮਹਾਰਾਜ ਕਹਿੰਦੇ ਵੀ ਬਿਨ ਵੱਖਰ ਨਾਮ ਰੂਪੀ ਸੌਦੇ ਤੋਂ ਬਿਨਾਂ ਹੋ ਰਿਹਾ ਏ। ਤੇ ਫਿਰ ਦੁਬਾਰਾ ਉੱਠ ਕੇ ਭੱਜ ਦੌੜੇ ਮਾਇਆ ਦੇ ਪਿੱਛੇ ਹੀ ਲੱਗ ਰਿਹਾ ਹੈ। ਸੰਤ ਸਭਾ ਮਿਲ ਕਰੋ ਬਖਿਆਨ। ਸਤਿਗੁਰੂ ਕਹਿੰਦੇ ਭਾਈ ਇਹ ਬੁਝਾਰਤਾਂ, ਇਹ ਗੁੱਝੀਆਂ ਗੱਲਾਂ, ਇਹਨਾਂ ਦਾ ਜਿਹੜਾ ਬਖਿਆਨ ਹੈ ਨਾ, ਵਿਆਖਿਆ ਕਰਨੀ, ਕਥਨ ਕਰਨਾ, ਸੰਤਾਂ ਦੀ ਸਭਾ ਮਿਲ ਕਰਕੇ ਕਰੋ। ਉੱਥੇ ਇਸ ਗੱਲ ਦਾ ਪਤਾ ਲੱਗੇਗਾ। ਜਿਹੜੇ ਸਿਮਰਨ ਕਰਨ ਵਾਲੇ ਹਨ, ਭਗਤੀ ਕਰਨ ਵਾਲੇ ਪ੍ਰਭੂ ਦੇ ਪਿਆਰੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਸੰਤ ਸਭਾ ਦੇ ਵਿੱਚ ਮਿਲ ਕਰਕੇ ਇਸ ਦਾ ਬਖਿਆਨ ਕਰੋ, ਇਸ ਦੀ ਵਿਆਖਿਆ ਕਰੋ। ਸਿਮਰਤ ਸਾਸਤ ਵੇਦ ਪੁਰਾਣ। ਫਿਰ ਉਹ ਗੁਰਮੁਖ ਦੱਸਣਗੇ
ਕਿ ਸਿਮਰਤੀਆਂ ਵੀ ਇਹ ਗੱਲ ਕਹਿ ਰਹੀਆਂ, ਸ਼ਾਸਤਰ ਵੀ ਇਹ ਗੱਲ ਕਹਿ ਰਹੇ, ਵੇਦ ਵੀ ਇਹ ਗੱਲ ਕਹਿ ਰਹੇ, ਪੁਰਾਣ ਵੀ ਇਹ ਗੱਲ ਕਹਿ ਰਹੇ ਹਨ ਕਿ ਮਾਇਆ ਜੀਵ ਨੂੰ ਠੱਗੀ ਜਾ ਰਹੀ ਹੈ। ਔਰ ਇਹ ਜੀਵ ਨਾਮ ਜਪਣ ਵਾਸਤੇ ਆਇਆ ਹੈ ਤੇ ਮਾਇਆ ਦੇ ਹੱਥ ਚੜ ਗਿਆ ਹੈ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਮਹਾਰਾਜ ਕਹਿੰਦੇ ਫਿਰ ਪਤਾ ਲੱਗੇਗਾ ਜਦੋਂ ਸੰਤ ਸਭਾ ਵਿੱਚ ਮਿਲ ਕਰਕੇ ਵਿਆਖਿਆ ਹੋਵੇਗੀ ਵੀ ਸਭ ਤੋਂ ਵੱਡਾ ਨਾਮ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬ੍ਰਹਮ ਵਿਚਾਰ ਵਿਚਾਰੇ ਕੋਏ। ਹੇ ਭਾਈ, ਉੱਥੇ ਸੰਤ ਸਭਾ ਵਿੱਚ ਮਿਲ ਕੇ, ਗੁਰ ਸੰਗਤ ਵਿੱਚ ਮਿਲ ਕੇ ਬ੍ਰਹਮ ਦੀ ਵਿਚਾਰ ਜੋ ਹੈ, ਕੋਈ ਗੁਰਮੁਖ ਵਿਚਾਰ ਕਰਨਾ ਕਰੇ। ਨਾਨਕ ਤਾਕੀ ਪਰਮ ਗਤ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਉਸ ਜੀਵ ਦੀ ਪਰਮ ਗਤੀ ਹੋ ਜਾਂਦੀ ਹੈ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਨਾ, ਬ੍ਰਹਮ ਨਾਲ ਜੁੜਦਾ ਹੈ, ਤੇ ਫਿਰ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਫਿਰ ਮਹਾਰਾਜ ਕਹਿੰਦੇ ਭਾਈ ਉਹ ਬ੍ਰਹਮ ਦਾ ਗਿਆਨ ਹਾਸਲ ਕਰਨ ਵਾਲਾ ਬਣ ਜਾਂਦਾ ਹੈ। ਫਿਰ ਇਹ ਦਾਤ ਉਦੋਂ ਪ੍ਰਾਪਤ ਹੁੰਦੀ ਹੈ ਵੀ ਬ੍ਰਹਮ ਬਿੰਦਾ ਹੈ, ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਤੇ ਇਸ ਦਾ ਬ੍ਰਹਮਾਤਰ ਹੈ ਏਕ ਸ਼ਬਦ ਲਿਵ ਲਾਏ। ਇੱਕ ਪ੍ਰਭੂ ਦੇ ਨਾਲ ਹੀ ਫਿਰ ਉਹ ਲਿਵ ਲਾਉਂਦਾ ਹੈ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹਾਂਜੀ। ਸੰਤ ਸਭਾ ਮਿਲ ਕਰਹੁ ਬਖਿਆਣ, ਸਿਮ੍ਰਿਤ ਸਾਸਤ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ। ਨਾਨਕ ਤਾਕੀ ਪਰਮ ਗਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।